ਇਸ ਖੇਤੀ ਦੇ ਵਿੱਚ ਨਾ ਤੁਸੀਂ ਵਾਹੁਣਾ ਹੈ, ਤੁਸੀਂ ਸਿਰਫ ਕੱਲਾ ਵੱਢਣਾ ਹੈ। ਕਰੀਬ ਸਾਡੇ ਕੋਲ 34-35 ਕਿਸਮ ਦੇ ਫਰੂਟ ਹੈਗੇ ਨੇ। ਅੱਛਾ ਜੀ। ਹਾਂਜੀ, ਕਰੀਬ ਮੈਨੂੰ ਲੱਗਦਾ 30 ਕਿਸਮਾਂ ਅਸੀਂ ਖਾ ਵੀ ਰਹੇ ਹੋਵਾਂਗੇ ਇਸ ਟਾਈਮ। ਖੇਤ ਨੂੰ ਪਰਾਲੀ ਨਾਲ ਢੱਕ ਦਿਓ, ਫਸਲ ਬੀਜ ਕੇ ਢੱਕ ਦਿਓ, ਠੀਕ ਹੈ ਜੀ। ਤੇ ਇਦੋਂ ਸੌਖਾ ਤਰੀਕਾ ਹੀ ਨਹੀਂ ਜ਼ਮੀਨ ਤਕੜੀ ਕਰਨ ਦਾ। ਗੁੜ ਸ਼ੱਕਰ ਦੀ ਇੰਨੀ ਡਿਮਾਂਡ ਆਈ, ਜੇ ਅਸੀਂ ਸਾਰਾ ਖੇਤ ਵੀ ਗੁੜ ਸ਼ੱਕਰ ਥੱਲੇ ਲੈ ਆਈਏ ਤਾਂ ਵੀ ਨਹੀਂ ਪੂਰਾ ਹੁੰਦਾ ਸਾਰੇ ਸਾਲ ਦੀ। 6 ਸਾਲਾਂ ਤੋਂ ਇਸ ਜੰਗਲ ਦੇ ਵਿੱਚ ਟਰੈਕਟਰ ਨਹੀਂ ਵੜਿਆ। ਜੰਗਲ ਦੀ ਖੇਤੀ ਬਹੁਤ ਸੌਖੀ ਹੈ। ਤੇ ਪਿਛਲੇ ਸਾਲ ਹੁਣ ਮੈਂ ਇਹ ਸੋਚਿਆ ਵੀ ਆਪਦੀ ਸਾਰੇ ਖੇਤ ਨੂੰ ਜੰਗਲ ਹੀ ਤਿਆਰ ਕਰਨਾ। ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ, ਫਿਰ ਤਾਂ ਇੰਨੀ ਗੱਲ ਹੀ ਹੈ। ਜੇ ਸਮਝ ਨਹੀਂ ਆਉਂਦੀ ਫਿਰ ਚਾਹੇ ਤੁਸੀਂ 20 ਸਾਲ ਇਹ 'ਚ ਮੱਥਾ ਮਾਰੀ ਜਾਓ, ਫਿਰ ਕੁਛ ਨਹੀਂ ਹੈਗਾ। ਫਿਰ ਤੁਹਾਨੂੰ ਔਖਾ ਹੀ ਲੱਗੂਗਾ, ਫਿਰ ਤੁਹਾਨੂੰ ਘਾਹ ਵੀ ਔਖਾ ਕਰੂ, ਕੀੜੇ ਵੀ ਔਖਾ ਕਰਨਗੇ, ਠੀਕ ਹੈ ਜੀ। ਕੋਈ ਦਰਖਤ ਹੋ ਗਿਆ ਵੀ ਯਾਰ ਆਹ ਤਾਂ ਮੈਨੂੰ ਚਾਹੀਦਾ ਨਹੀਂ, ਇਹ ਮੈਨੂੰ ਫਲ ਵੀ ਨਹੀਂ ਦਿੰਦਾ, ਇਹ ਤੋਂ ਆਪਾਂ ਕੀ ਕਰਾਉਣਾ, ਇਹਨੂੰ ਪੱਟੋ। ਝੋਟੇ ਦੇ ਸਿਰ ਵਰਗੀ ਪੈਲੀ ਆ ਉਹ ਇਹ ਹੈ। ਦੇਖੋ ਜੰਗਲ ਦੇ ਵਿੱਚ ਆਰਗੈਨਿਕ ਮੈਟਰ ਜਾਂ ਜੈਵਿਕ ਕਾਰਬਨ ਆ ਜਿਹੜੀ, ਉਹੀ ਮੇਨ ਆ ਜਿਹੜੀ ਧਰਤੀ ਨੂੰ ਤਾਕਤਵਰ ਬਣਾਉਂਦੀ ਹੈ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ। ਮੈਂ ਹਾਂ ਜਸ ਕਰੇਵਾਲ। ਖੇਤੀ ਪੰਜਾਬ ਦਾ ਮੁੱਖ ਕਿੱਤਾ ਆ। ਸਾਡੀ ਰੋਜ਼ਾਨਾ ਦੀ ਖੁਰਾਕ ਜਿਹੜੀ ਆ ਖੇਤਾਂ ਦੇ ਵਿੱਚੋਂ ਪੈਦਾ ਹੁੰਦੀ ਆ, ਖੇਤਾਂ ਦੇ ਵਿੱਚੋਂ ਪੈਦਾ ਹੋ ਕੇ ਸਾਡੇ ਰਸੋਈ ਘਰਾਂ ਤੱਕ ਪਹੁੰਚਦੀ ਆ। ਪਰ ਜਦੋਂ ਅਕਸਰ ਅਸੀਂ ਇਹ ਗੱਲਾਂ ਬਾਤਾਂ ਸੁਣਦੇ ਹਾਂ ਕਿ ਭਾਈ ਖੇਤੀਬਾੜੀ ਜਿਹੜੀ ਆ ਰੇਹਾਂ ਸਪਰੇਹਾਂ ਦੀ ਆ, ਖੇਤਾਂ ਦੇ ਵਿੱਚ ਜੋ ਉੱਗ ਰਿਹਾ ਉਹ ਜ਼ਹਿਰਾਂ ਨੇ ਤੇ ਅਸੀਂ ਖਾ ਵੀ ਜ਼ਹਿਰਾਂ ਰਹੇ ਹਾਂ, ਜਿਸ ਦੇ ਕਾਰਨ ਸਾਡੇ ਜਿਹੜੇ ਗੇੜੇ ਆ ਡਾਕਟਰਾਂ ਦੇ ਘਰਾਂ ਤੱਕ, ਡਾਕਟਰਾਂ ਦੀਆਂ ਦੁਕਾਨਾਂ ਤੱਕ, ਡਾਕਟਰਾਂ ਦੇ ਕਲੀਨਿਕਾਂ ਤੱਕ ਵੱਧਦੇ ਜਾਂਦੇ ਨੇ। ਪਰ ਸ਼ਾਇਦ ਬਹੁਤੇ ਕਿਸਾਨ ਉਸ ਦੌੜ ਦੇ ਵਿੱਚ ਨੇ ਕਿ ਪੈਸਾ ਵੱਧ ਕਿਵੇਂ ਕਮਾਇਆ ਜਾਵੇ। ਆਪਣੀ ਸਿਹਤ ਦੇ ਨਾਲ ਖਿਲਵਾੜ ਭਾਵੇਂ ਹੁੰਦਾ ਹੈ, ਕਿਉਂਕਿ ਜਦੋਂ ਰੇਹਾਂ ਸਪਰੇਹਾਂ ਖਾਂਦੇ ਆ ਤਾਂ ਵਾਕਿਆ ਦੇ ਵਿੱਚ ਖਿਲਵਾੜ ਹੁੰਦਾ ਆ। ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਦਾਂ ਦੇ ਕਿਸਾਨਾਂ ਨੂੰ ਜਿਹੜਾ ਤੁਹਾਡੇ ਰੂਬਰੂ ਕੀਤਾ ਜਾਵੇ, ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਜਾਵੇ, ਜਿਹੜੇ ਮਿਸਾਲ ਨੇ, ਜਿਨ੍ਹਾਂ ਨੇ ਕੁਝ ਅਲੱਗ ਕਰਨ ਦੀ ਸੋਚੀ, ਤਾਂ ਜੋ ਸਿਹਤਮੰਦ ਜਿਹੜਾ ਆ ਪੰਜਾਬ ਨੂੰ ਬਣਾ ਸਕੀਏ। ਸਿਹਤਮੰਦ ਸਭ ਤੋਂ ਪਹਿਲਾਂ ਜੇ ਪੰਜਾਬ ਨੂੰ ਬਣਾਉਣਾ ਤਾਂ ਆਪਣੇ ਘਰ ਨੂੰ ਸਿਹਤਮੰਦ ਬਣਾਉਣਾ ਪਊਗਾ, ਸਾਡੀ ਰਸੋਈ ਨੂੰ ਜਿਹੜੀ ਆ ਸਿਹਤਮੰਦ ਬਣਾਉਣਾ ਪਊਗਾ। ਅੱਜ ਵੀ ਇੱਕ ਅਜਿਹੇ ਕਿਸਾਨ ਦੇ ਨਾਲ, ਅਜਿਹੇ ਭਰਾ ਦੇ ਨਾਲ ਤੁਹਾਡੀ ਮੈਂ ਗੱਲਬਾਤ ਕਰਾਵਾਂਗਾ, ਜਿਨ੍ਹਾਂ ਨੇ, ਬਾਈ ਹੋਰਾਂ ਨੇ ਕੁਦਰਤੀ ਖੇਤੀ ਦੀ ਸ਼ੁਰੂਆਤ ਹੁਣ ਤੋਂ 10 ਸਾਲ ਪਹਿਲਾਂ ਸਿਰਫ ਕਿੱਲੇ 1.5 ਕਿੱਲੇ ਤੋਂ ਸ਼ੁਰੂ ਕੀਤੀ। ਮੌਜੂਦਾ ਸਮੇਂ ਦੇ ਵਿੱਚ ਆਪਣੀ ਪੂਰੀ ਪੈੜੀ ਦੇ ਵਿੱਚ ਉਹ ਕੁਦਰਤੀ ਖੇਤੀ ਕਰਦੇ ਨੇ। ਜਿੱਥੇ ਅਸੀਂ ਖੜੇ ਹਾਂ ਇਹ 1 ਕਿੱਲੇ ਦਾ ਜੰਗਲ ਲਾਇਆ ਹੋਇਆ ਆ। ਇਸ ਸਭ ਦੇ ਬਾਬਤ, ਸਭ ਦੇ ਬਾਰੇ ਗੱਲਬਾਤ ਕਰਾਂਗੇ ਤਾਂ ਜੋ ਸਾਡੇ ਕਿਸਾਨ ਵੀਰਾਂ ਤੱਕ, ਕਿਸਾਨ ਭਰਾਵਾਂ ਤੱਕ ਗੱਲ ਜਿਹੜੀ ਆ ਪਹੁੰਚ ਸਕੇ, ਜਿਹੜੇ ਸਿਰਫ ਇਸ ਦੌੜ ਦੇ ਵਿੱਚ ਨੇ ਕਿ ਰੇਹਾਂ ਸਪਰੇਹਾਂ ਭਾਵੇਂ ਕਿੰਨੀਆਂ ਵੀ ਪੈ ਜਾਣ, ਪਰ ਸਾਨੂੰ ਪੈਦਾਵਾਰ ਵੱਧ ਚਾਹੀਦੀ ਆ, ਸਾਨੂੰ ਪੈਸਾ ਵੱਧ ਚਾਹੀਦਾ। ਪਰ ਪੈਸੇ ਨਾਲੋਂ ਜ਼ਰੂਰੀ ਸਾਡੀ ਸਿਹਤ ਆ। ਬਾਈ ਰਬਦੀਪ ਮੇਰੇ ਨਾਲ ਹੋਣਗੇ। ਅਸੀਂ ਇਸ ਵਕਤ ਬਰਨਾਲੇ ਦੇ ਫਰਵਾਹੀ ਪਿੰਡ ਦੇ ਵਿੱਚ ਖੜੇ ਹਾਂ। ਸਭ ਤੋਂ ਪਹਿਲਾਂ ਬਾਈ ਜੀ ਦਾ ਸਵਾਗਤ ਕਰਦੇ ਹਾਂ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ। ਧੰਨਵਾਦ ਜੀ। ਅੱਛਾ ਬਾਈ ਜੀ, ਆਪਾਂ ਇਸ ਵਕਤ ਖੜੇ ਹਾਂ ਜੰਗਲ ਦੇ ਵਿੱਚ। ਜੇਕਰ ਮੈਂ ਹੀ ਗੱਲ ਕਰ ਲਾਂ ਕਿ ਮੈਂ ਆਪਦੇ ਖੇਤ ਜਾਵਾਂ ਤਾਂ ਜਿਵੇਂ ਇੰਨੇ ਜੇ ਕੱਖ ਹੋਏ ਹੋਣ ਤਾਂ ਸਾਡੇ ਬਾਪੂ ਵਰਗੇ ਕਹਿੰਦੇ ਆ ਯਾਰ ਚੱਕ ਕਹੀ ਤੇ ਜਾਂ ਫਿਰ ਇਹਦੇ ਤੇ ਸਪਰੇਅ ਮਾਰਦੇ ਯਾਰ। ਆਪਾਂ ਕੱਖਾਂ ਦੀ ਗੱਲ ਹੀ ਪਹਿਲਾਂ ਕਰ ਲੈਂਦੇ ਹਾਂ। ਸਾਡੀ ਮਤਲਬ ਮੇਰੇ ਦਾਦੇ ਪੜਦਾਦੇ ਤੋਂ ਮੈਂ ਦੇਖ ਰਿਹਾ ਸੀ ਖੇਤੀ ਕਰਦੇ ਹਾਂ, ਅਤੇ ਪੀੜ੍ਹੀਆਂ ਖਤਮ ਹੋ ਗਈਆਂ, ਪਰ ਮੈਂ ਕੱਖ ਖਤਮ ਹੁੰਦੇ ਨਹੀਂ ਦੇਖੇ। ਖੱਬਲ ਕਦੇ ਅੱਜ ਤੱਕ ਮੈਂ ਖਤਮ ਹੁੰਦੇ ਨਹੀਂ ਦੇਖਿਆ, ਜਾਂ ਬਾਕੀ ਕੱਖ ਦੇਖ ਲਓ, ਕਦੇ ਕਿਸੇ ਦਾ ਬੀਨਾਸ ਹੋਇਆ, ਇਹ ਹੋਣਾ ਵੀ ਨਹੀਂ। ਅਸੀਂ ਇਹਦੇ ਨਾਲ ਚੱਲ ਸਕਦੇ, ਇਹਨਾਂ ਨੂੰ ਖਤਮ ਅਸੀਂ ਕਿਸੇ ਚੀਜ਼ ਨੂੰ ਨਹੀਂ ਕਰ ਸਕਦੇ, ਬੀਨਾਸ ਅਸੀਂ ਕਿਸੇ ਚੀਜ਼ ਦਾ ਨਹੀਂ ਕਰ ਸਕਦੇ। ਸੋ ਇਹਦਾ ਕੱਖਾਂ ਨੂੰ ਅਸੀਂ ਆਪਦੇ ਮਿੱਤਰ ਬਣਾ ਲਈਏ ਤਾਂ ਸਾਨੂੰ ਚੰਗੇ ਜਿਹੇ ਲੱਗਣਗੇ। ਇਹਨਾਂ ਨੂੰ ਹੀ ਸੋਚਣ ਲੱਗ ਜਾਓ ਯਾਰ ਬੜਾ ਮਾੜਾ ਹਾਲ ਹੈ, ਤੇ ਸਾਨੂੰ ਇਹ ਭੈੜੇ ਲੱਗਣ ਲੱਗ ਜਾਣਗੇ। ਸਾਡਾ ਨਜ਼ਰੀਆ ਹੀ ਆ, ਹੋਰ ਕੁਝ ਨਹੀਂ ਹੈਗਾ। ਪਰ ਜਿਹੜਾ ਕਿਸਾਨ, ਆਮ ਕਿਸਾਨ ਦੀ ਜੇ ਮੈਂ ਗੱਲ ਕਰਾਂ ਤਾਂ ਕਹਿੰਦੇ ਆ ਕਿ ਜਿਹੜੇ ਇਹ ਕੱਖ ਆ ਯਾਰ, ਇਹ ਤਾਂ ਸਾਡੀ ਫਸਲ ਖਰਾਬ ਕਰ ਦੇਣਗੇ। ਮੇਰੀ ਤਾਂ ਅੱਧੀ ਫਸਲ ਹੀ ਕੱਖ ਨੇ। ਖੈਰ, ਉਹ ਖਰਾਬ ਕਰਨ ਦਾ ਕਾਰਨ ਇਹ ਹੈ ਕਿ ਜਿਹੜਾ ਮਾਡਲ ਉਹ ਚਲਾ ਰਹੇ ਨੇ ਉਹ ਹੈਗਾ ਮੋਨੋਕਲਚਰ ਦਾ। ਉਹਦੇ ਵਿੱਚ ਇੱਕ ਫਸਲ ਖੜੀ ਆ, ਜੀਰੀ ਖੜੀ ਆ ਤਾਂ ਖੜੀ ਆ, ਜੀਰੀ ਦੇ ਵਿੱਚ ਹੋਰ ਨਹੀਂ ਕੁਛ ਚਾਹੀਦਾ। ਕਣਕ ਖੜੀ ਆ ਤਾਂ ਬਸ ਕਣਕ ਹੀ ਹੋਊਗੀ, ਉਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਹੋਊਗੀ। ਉਹਦੇ ਕਾਰਨ ਉਹਨਾਂ ਨੂੰ ਇਹ ਕੱਖ, ਬਾਕੀ ਉਹਨਾਂ ਨੂੰ ਪੜ੍ਹਾਇਆ ਹੈਗਾ ਵੀ ਨਦੀਨ ਤਾਂ ਖਤਮ ਕਰ ਦੇਣਗੇ ਜੀ, ਨਦੀਨ ਥੋੜੀ ਫਸਲ ਮਾਰ ਦੇਣਗੇ, ਥੋੜੀ ਜ਼ਮੀਨ ਨੂੰ ਕਮਜ਼ੋਰ ਕਰ ਦੇਣਗੇ। ਇਹ ਸਾਰਾ ਗਲਤ ਹੈ, ਮਿੱਥ ਹੈ, ਸਹੀ ਨਹੀਂ ਪੜ੍ਹਾਇਆ ਗਿਆ। ਅੱਛਾ, ਇੱਕ ਚੀਜ਼ ਹੋਰ ਦੱਸਿਓ ਬਾਈ,
ਅਸੀਂ ਇੱਕ ਕਿਸਾਨੀ ਦੋਸਤ ਕਿਸਾਨੀ ਦੇ ਵਿੱਚ ਜੀ ਰਹੇ ਹਾਂ। ਉਹ ਕਿਸਾਨੀ ਲੋਕਾਂ ਦੀਆਂ ਉਹ ਪੈਦਾਵਾਰ ਜਿਹੜੀ ਆ ਸਾਡੀ ਲੋਕਾਂ ਦੀਆਂ ਰਸੋਈਆਂ ਤੱਕ ਪਹੁੰਚਾ ਰਹੇ ਹਾਂ, ਜਿਹੜੀ ਸਿਰਫ ਰੇਹਾਂ ਸਪਰੇਹਾਂ ਤੋਂ ਆ, ਹੈ ਨਾ। ਇਹਦੇ ਵਿੱਚ ਕੋਈ ਦੋ ਰਹਿ ਨਹੀਂ ਹੈਗੀ। ਤਾਂ ਫਿਰ ਉਸ ਚੀਜ਼ ਦੇ ਵਿੱਚੋਂ ਬਾਹਰ ਆਉਣਾ, ਜਿਉਂ ਕਹ ਲਈਏ ਇੱਕ ਯੁੱਗ ਦੇ ਵਿੱਚੋਂ ਬਾਹਰ ਆਉਣਾ, ਹੁਣ ਦੇ ਯੁੱਗ 'ਚੋਂ ਬਾਹਰ ਆ ਕੇ ਮੈਂ ਤਾਂ ਇਹ ਕੋਈ ਜਿਵੇਂ ਆਪਾਂ ਜੰਗਲ ਦੇ ਵਿੱਚ ਖੜੇ ਆ, ਪੁਰਾਣੇ ਦੌਰ ਦੇ ਵਿੱਚ ਵਾਪਸ ਜਾਣਾ, ਤਾਂ ਕਿੰਨਾ ਕੁ ਸੌਖਾ ਸੀ? ਦੇਖੋ ਸੌਖਾ ਵੀ ਨਹੀਂ ਤੇ ਐਡਾ ਔਖਾ ਵੀ ਨਹੀਂ, ਗੱਲ ਸਮਝਣ ਦੀ ਆ। ਜੇ ਤਾਂ ਗੱਲ ਸਾਡੇ ਸਮਝ ਆਉਂਦੀ ਆ ਫਿਰ ਤਾਂ ਬਹੁਤ ਸੌਖਾ, ਠੀਕ ਹੈ ਜੀ। ਉਹ ਕਹਿੰਦਾ ਬੋਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰ ਲਾਉਣਾ, ਫਿਰ ਤਾਂ ਇੰਨੀ ਗੱਲ ਹੀ ਹੈ। ਜੇ ਸਮਝ ਨਹੀਂ ਆਉਂਦੀ ਫਿਰ ਚਾਹੇ ਤੁਸੀਂ 20 ਸਾਲ ਇਹ 'ਚ ਮੱਥਾ ਮਾਰੀ ਜਾਓ, ਫਿਰ ਕੁਝ ਨਹੀਂ ਹੈਗਾ। ਫਿਰ ਤੁਹਾਨੂੰ ਔਖਾ ਹੀ ਲੱਗੂਗਾ, ਫਿਰ ਤੁਹਾਨੂੰ ਘਾਹ ਵੀ ਔਖਾ ਕਰੂ, ਕੀੜੇ ਵੀ ਔਖਾ ਕਰਨਗੇ, ਠੀਕ ਹੈ ਜੀ। ਕੋਈ ਦਰਖਤ ਹੋ ਗਿਆ ਵੀ ਯਾਰ ਆਹ ਮੈਨੂੰ ਚਾਹੀਦੇ ਨਹੀਂ, ਇਹ ਮੈਨੂੰ ਫਲ ਵੀ ਨਹੀਂ ਦਿੰਦਾ, ਇਹ ਤੋਂ ਆਪਾਂ ਕੀ ਕਰਾਉਣਾ, ਇਹਨੂੰ ਪੱਟੋ। ਉਹ ਸਮਝ ਦੀ ਗੱਲ ਹੈ। ਜਿੰਨਾ ਚਿਰ ਸਾਡਾ ਮੈਂਟਲ ਲੈਵਲ ਆ, ਜਿਹੜੀ ਮੈਂ ਇੱਕ ਗੱਲ ਬਹੁਤ ਵਾਰੀ ਕਹਿੰਦਾ ਵੀ ਜਿੰਨਾ ਚਿਰ ਸਾਡਾ ਦਿਮਾਗ ਨਹੀਂ ਆਰਗੈਨਿਕ ਹੁੰਦਾ, ਖੇਤੀ ਦਾ ਆਰਗੈਨਿਕ ਬਹੁਤ ਸੌਖੀ ਹੈ, ਔਖਾ ਤਾਂ ਦਿਮਾਗ ਨੂੰ ਆਰਗੈਨਿਕ ਕਰਨਾ। ਤੇ ਦਿਮਾਗ ਸਹੀ ਹੋ ਗਿਆ ਉਹਦੇ ਖੇਤੀ ਵੀ ਆਪਣੇ ਆਪ ਸੌਖੀ ਹੋਈ। ਅੱਛਾ, ਫਿਰ ਰਵਦੀਪ ਨੇ ਆਪਦੇ ਦਿਮਾਗ ਨੂੰ ਕਿਵੇਂ ਸਮਝਾਇਆ, ਕਿਵੇਂ ਆਰਗੈਨਿਕ? ਕਿਉਂਕਿ ਜੇ ਤੁਸੀਂ ਖੇਤ ਨੂੰ ਬਾਅਦ ਦੇ ਵਿੱਚ ਆਰਗੈਨਿਕ ਕੀਤਾ ਹੋਣਾ, ਆਪਦੇ ਦਿਮਾਗ ਨੂੰ ਆਪਦੇ ਅੰਦਰ ਨੂੰ ਪਹਿਲਾਂ ਆਰਗੈਨਿਕ ਕੀਤਾ ਹੋਣਾ, ਕਿਵੇਂ ਕੀਤਾ? ਕੀ ਸੋਚ ਆਈ ਜਾਂ ਕਿਉਂ ਸੋਚ ਆਈ? ਜਿਹੜੀ ਦੌੜ ਤੁਸੀਂ ਗੱਲ ਕੀਤੀ ਹੈ ਨਾ ਕਿਸਾਨਾਂ ਦੀ, ਸ਼ਾਇਦ ਮੈਂ ਉਦੋਂ ਵੱਧ ਤੇਜ਼ ਭੱਜ ਰਿਹਾ ਸੀ। ਅੱਛਾ ਜੀ। ਠੀਕ ਹੈ ਜੀ। ਮੈਂ ਜਿਹੜੀਆਂ ਰੇਹਾਂ ਸਪਰੇਆਂ ਇੱਥੇ ਵਰਤਦਾ ਸੀਗਾ, ਮਤਲਬ ਨਵੀਆਂ ਰੇਹਾਂ ਸਪਰੇਆਂ ਦੇ ਟਰਾਇਲ ਮੇਰੇ ਖੇਤ ਲੱਗਦੇ ਹੁੰਦੇ, ਜਿਹੜੇ ਜਿਨ੍ਹਾਂ ਤੋਂ ਡੀਲਰਾਂ ਤੋਂ ਮੈਂ ਲਿਆਉਂਦਾ ਹੁੰਦਾ, ਉਹਨਾਂ ਦਾ ਫੋਨ ਆ ਜਾਂਦਾ ਵੀ ਨਵੀਂ ਸਪਰੇਅ ਆਈ ਆ, ਤੂੰ ਲਾ ਟਰਾਇਲ ਭਾਈ। ਤੇ ਬੇਅੰਤ ਰੇਹਾਂ ਸਪਰੇਆਂ ਕੀਤੀਆਂ, ਤੇ ਜਦੋਂ ਉਹਨਾਂ ਦਾ ਰਿਜ਼ਲਟ ਮੈਨੂੰ ਆਪਦੇ ਘਰ 'ਚ ਹੀ ਮਿਲ ਗਿਆ, ਠੀਕ ਹੈ ਜੀ। ਮੇਰੀ ਮਦਰ ਬਿਮਾਰ ਹੋਈ, ਸਾਡੇ ਕੋਲ ਜੋ ਕੁਛ ਸੀ ਸਾਰਾ ਲੱਗ ਗਿਆ ਉਸ 'ਤੇ, ਨਾ ਸਾਡੀ ਮਾਂ ਬਚੀ ਨਾ ਸਾਡੇ ਕੋਲ ਪੈਸੇ ਬਚੇ। ਤੇ ਉਦੋਂ ਜਾ ਕੇ ਇੰਨੀ ਠੋਕਰ ਖਾ ਕੇ ਗੱਲ ਸਮਝ ਆਈ ਵੀ ਇਹ ਆਪਣਾ ਰਾਹ ਹੀ ਗਲਤ ਹੈ, ਠੀਕ ਹੈ। ਹੁਣ ਜਦੋਂ ਆਪਾਂ ਨੂੰ ਇਹ ਦਿਸ ਗਿਆ ਵੀ ਰਾਹ ਗਲਤ ਆ, ਤਾਂ ਸਾਨੂੰ ਰਾਹ ਬਦਲਣਾ ਹੀ ਪੈਣਾ। ਹੋਰ ਸਾਡੇ ਕੋਲ ਕੋਈ ਤਰੀਕਾ ਹੀ ਨਹੀਂ, ਉਸ ਰਾਹ ਨੂੰ ਅਸੀਂ ਠੀਕ ਕਰ ਹੀ ਨਹੀਂ ਸਕਦੇ। ਉਸ ਰਾਹ 'ਤੇ ਜਿੰਨੇ ਅੱਗੇ ਵਧਾਂਗੇ ਉਦੋਂ ਵੱਧ ਜ਼ਹਿਰਾਂ ਹੀ ਵਧਣਗੀਆਂ, ਘਟਣਗੀਆਂ ਥੋੜ੍ਹੀ। ਸਾਨੂੰ ਰਾਹ ਹੀ ਚੇਂਜ ਕਰਨਾ ਪਊਗਾ। ਉਵੇਂ ਹੀ ਮੇਰਾ ਰਾਹ ਬਦਲਿਆ, ਵਕਤ ਨੇ ਜਿਵੇਂ ਠੋਕਰਾਂ ਵੱਜੀਆਂ, ਠੀਕ ਹੈ, ਉਹ ਸਮਝੇ ਉਹ ਤੋਂ ਬਸ। ਅੱਛਾ, ਸ਼ੁਰੂਆਤ ਪਹਿਲਾਂ ਕਿੰਨੇ ਤੋਂ ਕੀਤੀ ਸੀ ਬਾਈ, ਜਦੋਂ ਸ਼ੁਰੂਆਤ ਕਰਨੀ ਆ? ਕਿਉਂਕਿ ਕਿਸੇ ਵੀ ਚੀਜ਼ ਦੇ ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ, ਦੇਖੋ ਤਜਰਬਾ ਉਦੋਂ ਤੱਕ ਤੁਹਾਨੂੰ ਸੀਗਾ, ਪਰ ਉਸ ਖੇਤੀ ਦਾ ਸੀ ਜਿਸ ਖੇਤੀ ਦੇ ਵਿੱਚ ਅੱਜ ਹਰ ਕਿਸਾਨ ਜੀ ਰਿਹਾ ਆ, ਜੋ ਖੇਤੀ ਹਰ ਕਿਸਾਨ ਕਰ ਰਿਹਾ ਆ। ਇੱਕ ਅਲੱਗ ਖੇਤੀ ਕਰਨੀ ਜਾਂ ਪੁਰਾਣੀ ਖੇਤੀ ਕਰਨੀ, ਜਿਵੇਂ ਮੌਸਮ ਦੇ ਆਧਾਰ 'ਤੇ, ਜਿਵੇਂ ਮੰਨ ਲਈਏ ਭਾਈ ਮੀਂਹ ਪੈ ਗਿਆ ਹੈ ਨਾ, ਜਾਂ ਦੂਜੀ ਗੱਲ ਕਰ ਲਈਏ ਰੇਹਾਂ ਸਪਰੇਹਾਂ ਤੋਂ ਪਾਸੇ ਦੀ ਖੇਤੀ, ਤਾਂ ਫਿਰ ਮਤਲਬ ਕਿੰਨੇ ਤੋਂ ਸ਼ੁਰੂ ਕੀਤੀ ਸੀ ਤੇ ਹੌਲੀ ਹੌਲੀ ਕਿੰਨਾ ਕੁ ਤਜਰਬਾ, ਕਿੰਨੇ ਸਮੇਂ ਦੇ ਵਿੱਚ? ਸਾਡੀ ਉਦੋਂ 2000 ਜਦੋਂ ਮੈਂ 11 ਸ਼ੁਰੂ ਕੀਤਾ, 12 ਏਕੜ ਜ਼ਮੀਨ ਸੀ, ਸਾਡਾ ਸਾਂਝਾ ਟੱਬਰ ਸੀ ਜਦੋਂ। ਤੇ ਜਿਹੜੇ ਕਿੱਲੇ 'ਚ ਆਪਾਂ ਖੜੇ, ਇੱਕ ਕਿੱਲਾ ਇਹ ਸੀ, ਅੱਧਾ ਕਿੱਲਾ ਉਧਰ ਸਾਈਡ 'ਤੇ ਅਸੀਂ ਕਣਕ ਬੀਜੀ ਸੀ, ਤੇ ਇਹਦੇ 'ਚ ਅਸੀਂ ਸਾਰਾ ਕੁਝ ਸਬਜ਼ੀਆਂ ਦਾਲਾਂ ਸਾਰਾ ਕੁਝ ਬੀਜਤਾ ਸੀ, ਕੁਝ ਬੂਟੇ ਵੀ ਸੀਗੇ, ਤੇ ਲਗਭਗ ਸਾਰਾ ਕੁਝ ਹੀ ਠੀਕ ਹੋ ਗਿਆ। ਅੱਛਾ ਜੀ। ਹਾਂ, ਇਹ 11 ਦੀ ਗੱਲ ਹੈ, ਅਕਤੂਬਰ ਨਵੰਬਰ ਦੀ ਹਾੜੀ ਦੀ। ਤੇ ਅਪ੍ਰੈਲ ਨਹੀਂ ਫਰਵਰੀ ਦੇ ਵਿੱਚ ਇੱਕ ਟ੍ਰੇਨਿੰਗ ਸੀਗੀ ਪੱਖੋ, ਉੱਥੇ ਮੈਂ ਖੇਤੀ ਵਿਰਾਸਤ ਮਿਸ਼ਨ ਦੀ ਪਹਿਲੀ ਟ੍ਰੇਨਿੰਗ 'ਤੇ ਗਿਆ। ਉੱਥੇ ਗੁਰਪ੍ਰੀਤ ਮਿਲੇ, ਉਮਿੰਦਰ ਜੀ ਮਿਲੇ, ਤੇ ਬਸ ਫਿਰ ਉੱਥੋਂ ਦਿਮਾਗ ਹੌਲੀ ਹੌਲੀ ਚੇਂਜ ਹੋਇਆ। ਤੇ ਫਿਰ ਮੈਂ ਅਗਲੇ ਸਾਲ ਯਾਨੀ 12 ਦੇ ਵਿੱਚ ਜਿਹੜੀ ਸੌਣੀ ਦੀ ਬਿਜਾਈ ਹੋਈ, ਉਹ ਸਾਰੀ 12 ਦੇ 12 ਕਿੱਲੇ ਅਸੀਂ ਆਰਗੈਨਿਕ ਕਰ ਲਈ ਸੀ। ਅੱਛਾ ਜੀ। ਤੇ ਜਦੋਂ ਕੀਤੀ ਬਾਈ, ਪਰਿਵਾਰ ਨੇ ਸਾਥ ਚੰਗਾ ਦਿੱਤਾ? ਪਰਿਵਾਰ ਨੇ ਆਖਤਾ ਸੀ ਕਿ ਚੱਲ ਠੀਕ ਆ ਭਾਈ? ਕਿਉਂਕਿ ਅਕਸਰ ਸਾਡੇ ਇਹ ਆ, ਕਿਉਂਕਿ ਜਿਵੇਂ ਮੈਂ ਕਿਹਾ ਕਿ ਦੌੜ ਦੇ ਵਿੱਚ ਆ, ਪੈਦਾਵਾਰ ਦੇ ਵਿੱਚ ਆ, ਪਰਿਵਾਰ ਨੂੰ ਵੀ ਪਤਾ ਹੁੰਦਾ, ਸਾਡੇ ਵੱਡਿਆਂ ਨੂੰ ਪਤਾ ਹੁੰਦਾ ਇੰਨੇ ਕੁ ਪੈਸੇ ਇਸ ਵਾਰੀ ਆ ਜਾਣੇ ਆ। ਜਦੋਂ ਆਰਗੈਨਿਕ ਦੀ ਕੁਦਰਤੀ ਦੀ ਗੱਲ ਕਰਦੇ ਆ ਤਾਂ ਅਕਸਰ ਕਹਿੰਦੇ ਆ ਕਿ ਯਾਰ ਪੈਸੇ ਇਹਦੇ 'ਚੋਂ ਕੁਛ ਨਹੀਂ ਬਣਨਾ, ਬਸ ਮਗਜ ਖਪਾਈਆ, ਮੱਥਾ ਖਪਾਈਆ, ਜਿੰਨੀ ਮਰਜ਼ੀ ਕਰ ਲਓ। ਜਾਂ ਕਹਿੰਦੇ ਇੱਕ ਵਾਰੀ ਜਮਾ ਬੰਦਾ ਡਿੱਗ ਪੈਂਦਾ, ਜਮਾ ਕਿਸਾਨ ਡਿੱਗ ਪੈਂਦਾ। ਪਰਿਵਾਰ ਦਾ ਸਾਥ ਕਿਵੇਂ ਦਾ ਰਿਹਾ? ਖੈਰ ਇਸ ਗੱਲੋਂ ਮੈਂ ਖੁਸ਼ਕਿਸਮਤ ਰਿਹਾ, ਪਰਿਵਾਰ ਦਾ ਮੈਨੂੰ ਕਦੇ ਕੋਈ ਮਤਲਬ ਵਿਰੋਧ ਮੈਨੂੰ ਕਦੇ ਨਹੀਂ ਚੱਲਣਾ ਪਿਆ, ਕਦੇ ਵੀ। ਮਤਲਬ ਸ਼ੁਰੂਆਤ ਦੇ ਵਿੱਚ ਤਾਂ ਕੋਈ ਖੈਰ ਮੈਨੂੰ ਕੋਈ ਬਹੁਤਾ ਘਾਟਾ ਵੀ ਨਹੀਂ ਪਿਆ, ਵੀ ਜਿਹਨੂੰ ਆਪਾਂ ਕਹੀਏ ਮੇਰੀ ਫਸਲ ਠੀਕ ਠਾਕ ਹੁੰਦੀ ਰਹੀ। ਮੈਨੂੰ ਤਾਂ ਜਦੋਂ ਮੈਂ ਆ ਕੇ ਜੀਰੀ ਦੀ ਫਸਲ ਛੱਡੀ ਆ, ਉਸ ਤੋਂ ਬਾਅਦ ਥੋੜ੍ਹੇ ਜਿਹੇ ਪੈਸੇ ਦੀ ਕਮੀ ਇੱਕ ਜਿਹਨੂੰ ਆਪਾਂ ਕਹਿੰਦੇ ਆਈ ਆ। ਪਰ ਤੁਸੀਂ ਇਹ ਲਾ ਲਓ ਵੀ ਖੁਸ਼ਕਿਸਮਤ ਆ ਵੀ ਪਰਿਵਾਰ ਵੱਲੋਂ ਇਹੋ ਜਿਹਾ ਕਦੇ ਕੋਈ ਵਿਰੋਧ ਨਹੀਂ ਹੋਇਆ ਕਿ ਵੀ ਕੀ ਕਰ ਰਿਹਾ, ਗਲਤ ਪਾਸੇ ਜਾ ਰਿਹਾ, ਦੇਖ ਲਾ ਸੋਚ ਲੈ, ਇਹੋ ਜਿਹੀ ਗੱਲ ਕਦੇ ਨਹੀਂ ਹੋਈ। ਅੱਛਾ, ਤੁਸੀਂ ਖੁਦ ਹੀ ਕਰਤੀ ਪੈਸੇ ਦੀ ਗੱਲ ਕਿ ਭਾਈ ਮੈਨੂੰ ਚੰਗਾ ਸਹੀ ਰਿਹਾ, ਮੁਨਾਫਾ ਸਹੀ ਰਿਹਾ। ਭਾਈ ਜੀ ਅਕਸਰ ਇਹੀ ਆਖਦੇ ਕਿ ਫਸਲ ਘਟਦੀ ਜ਼ਿਆਦੇ ਆ। ਹੁਣ ਜਿੱਦਾਂ ਤੁਸੀਂ ਜਦੋਂ ਪਹਿਲਾ ਸਾਲ ਸੀ, ਪਹਿਲੇ ਸਾਲ ਦੇ ਵਿੱਚ ਤੁਸੀਂ ਜਿਹੜੀ ਆ ਕਣਕ ਬੀਜੀ, ਤਾਂ ਕਿੰਨਾ ਕੁ ਦੂਸਰੀ ਨਾਲੋਂ ਜੇ ਕੰਪੈਰੀਜ਼ਨ ਕਰੀਏ ਤਾਂ ਕਿੰਨੇ ਕੁ ਵਾਧੇ 'ਚ ਰਹੇ ਜਾਂ ਕਿੰਨੇ ਘਾਟੇ 'ਚ ਰਹੇ, ਜਾਂ ਤਾਲਮੇਲ ਜਾਂ ਠੀਕ ਹੀ ਰਿਹਾ? ਦਰਅਸਲ ਜਦੋਂ ਮੈਂ 12 ਜਾ ਕੇ ਸਾਰੇ ਖੇਤ ਨੂੰ ਆਰਗੈਨਿਕ ਕੀਤਾ ਨਾ, ਉਦੋਂ ਮੇਰਾ ਫਸਲੀ ਚੱਕਰ ਸੀ ਬਾਸਮਤੀ ਤੇ ਕਣਕ। ਬਾਸਮਤੀ ਦੇ ਕੋਈ 4 ਨੁਕਤੇ ਨੇ, ਜਾਂ ਜੀਰੀ ਦੇ 4 ਨੁਕਤੇ ਨੇ। ਅਗਰ ਅਸੀਂ ਉਹ 4 ਨੁਕਤਿਆਂ ਨੂੰ ਸਹੀ ਫੋਲੋ ਕਰ ਲੈਂਦੇ ਹਾਂ
ਠੀਕ ਹੈ ਜੀ, ਆਮ ਤੌਰ ਤੇ ਗੁਰਪ੍ਰੀਤ ਦੱਸਦਾ ਰਹਿੰਦਾ ਤੇ ਹਰੇਕ ਜੀਰੀ ਦਾ ਝਾੜ ਵਧੂਗਾ, ਘਟਦਾ ਨਹੀਂ। ਅਸੀਂ ਹੋਰ ਖੇਤਾਂ 'ਚ ਵੀ ਕਈਆਂ 'ਚ ਕਰਕੇ ਦੇਖਿਆ, ਆਪਦੇ ਸਾਡਾ ਵਧੀਆ ਵਧਿਆ। ਕਣਕ ਦਾ ਝਾੜ ਘਟੂਗਾ, ਕਣਕ ਜੀਰੀ ਦਾ ਜਿਹੜਾ ਫਸਲੀ ਚੱਕਰ ਆ ਉਹ ਗਲਤ ਫਸਲੀ ਚੱਕਰ ਆ, ਕਣਕ ਦਾ ਘਟੂਗਾ। ਸ਼ੁਰੂਆਤ 'ਚ ਇਹ ਹੋਇਆ ਕਿ ਬਾਸਮਤੀ ਦਾ ਮੇਰਾ ਝਾੜ ਵੱਧ ਗਿਆ, ਠੀਕ ਹੈ ਜੀ, ਉਹ ਤਾਂ ਮੈਂ ਮੰਡੀ 'ਚ ਹੀ ਵੇਚਣੀ ਸੀ, ਆਰਗੈਨਿਕ ਵਿਕਦੀ ਨਹੀਂ ਕੋਈ, ਉਹਦੇ ਮੈਨੂੰ ਪੈਸੇ ਵੱਧ ਗਏ। ਕਣਕ ਦਾ ਝਾੜ ਮੇਰਾ ਅੱਧਾ ਕੁ ਰਹਿ ਗਿਆ, ਉਹ ਮੇਰੀ ਦੁੱਗਣੇ ਰੇਟ ਵਿਕਣ ਲੱਗ ਗਈ, ਤਾਂ ਉਹਦੇ ਪੈਸੇ ਪੂਰੇ ਹੋਣ ਲੱਗ ਗਏ। ਉਹ ਮੈਂ 5-6 ਸਾਲ ਇਹੀ ਕੁਛ ਚੱਲੀ ਗਿਆ, ਠੀਕ ਹੈ ਜੀ, ਜਿੰਨੀ ਕੁ ਸੋਚ ਸੀ, ਜਿੰਨੀ ਕੁ ਸਮਝ ਸੀ ਉਸ ਹਿਸਾਬ ਨਾਲ। ਤੇ ਉਹ 5-6 ਸਾਲਾਂ ਬਾਅਦ ਹੌਲੀ ਹੌਲੀ ਸਿੱਖਦੇ ਸਮਝ ਆਇਆ ਵੀ ਯਾਰ ਇਹ ਫਸਲੀ ਚੱਕਰ ਗਲਤ ਹੈ। ਫਿਰ ਕੁਛ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਮੇਰੇ ਖੇਤ 'ਚ, ਮੈਂ ਜੀਰੀ ਦੇ ਹੱਥ ਖੜੇ ਕਰਤੇ, ਮੈਂ ਵੀ ਲਾਉਣੀ ਨਹੀਂ ਇਹ। ਇਸ ਤਰ੍ਹਾਂ ਦੀ ਕੁਛ ਮੈਂ ਦੇਖੇ ਵੀ ਇੰਨੇ ਜੀਅ ਜੰਤ ਮਰ ਰਹੇ ਸੀ ਜੀਰੀ ਨਾਲ, ਤਾਂ ਜੀਰੀ ਜਦੋਂ ਦੀ ਬੰਦ ਕੀਤੀ ਉਦੋਂ ਬਾਅਦ ਫਿਰ ਮੈਂ ਬਾਕੀ ਸਾਰੀਆਂ ਫਸਲਾਂ ਇੱਕ ਪੂਰਾ ਵੱਖਰਾ ਹੀ ਮੈਨੂੰ ਸਿਸਟਮ ਚਲਾਉਣਾ ਪਿਆ। ਉਹਦੇ ਵਿੱਚ ਇੱਕ ਵਾਰੀ ਆ ਕੇ ਮੈਨੂੰ, ਜਿਵੇਂ ਸਾਉਣੀ ਦੀ ਫਸਲ ਮੇਰੇ ਕੋਲ ਅਕਸਰ ਹਾੜੀ ਨਾਲੋਂ ਮਾੜੀ ਹੁੰਦੀ ਆ। ਅੱਛਾ ਜੀ। ਹਾਂ, ਸਾਉਣੀ ਦੇ ਵਿੱਚ ਸਾਡੇ ਕੋਲ ਬਹੁਤੀਆਂ ਆਪਸ਼ਨਾਂ ਨਹੀਂ ਹੈਗੀਆਂ, ਜੇ ਹੈਗੀਆਂ ਵੀ ਨੇ ਤਾਂ ਸਾਉਣੀ ਜ਼ੋਰ ਬਹੁਤ ਲਵਾਉਂਦੀ ਹੈ। ਹਾੜੀ ਸੌਖੀ ਹੈ ਤੇ ਆਪਸ਼ਨਾਂ ਵੀ ਜ਼ਿਆਦਾ ਹੈ, ਤੇ ਹਾੜੀ ਵਾਲੀਆਂ ਲਗਭਗ ਸਾਰੀਆਂ ਫਸਲਾਂ ਦੀ ਵਿਕਰੀ ਬਹੁਤ ਚੰਗੀ ਹੈ। ਅੱਛਾ, ਇਹ ਚੀਜ਼ ਕਿਵੇਂ ਸੋਚਿਆ? ਹੁਣ ਆਪਾਂ ਖੜੇ ਆ, ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਤੁਸੀਂ 1.5 ਕਿੱਲੇ ਦੇ ਵਿੱਚ ਆ ਜੰਗਲ ਇਹ? ਹਾਂਜੀ, ਇਹ ਕਿੱਲੇ 'ਚ ਜੀ। ਤੇ ਕਿੱਲੇ ਦੇ ਵਿੱਚ ਜੰਗਲ ਬਣਾਇਆ ਜਾਵੇ, ਬਈ ਇਹਨੂੰ ਛੱਡ ਹੀ ਦਿੱਤਾ ਜਾਵੇ, ਵਿਹਲਾ ਹੀ ਛੱਡ ਦੇ, ਇਹਨੂੰ ਜੰਗਲ ਹੀ ਬਣਾਇਆ ਜਾਵੇ। ਜੰਗਲ ਦਾ ਭਾਵ ਬਈ ਕਿਸੇ ਤਰ੍ਹਾਂ ਦਰਖਤ ਕੁਝ ਵੀ, ਇਹ ਚੀਜ਼ ਕਿਵੇਂ ਸੋਚੀ? ਦੇਖੋ, ਬੂਟੇ ਲਾਉਣ ਦਾ ਸ਼ੌਂਕ ਮੈਨੂੰ ਪਹਿਲਾਂ ਹੀ ਸੀ। ਬੂਟੇ ਇੱਥੇ ਪਹਿਲਾਂ ਤੁਸੀਂ ਦੇਖੋਗੇ ਲਾਈਨਾਂ 'ਚ ਲੱਗੇ ਹੋਏ ਸੀ, ਜਿਹੜੇ ਪੁਰਾਣੇ ਬੂਟੇ ਉਹ ਸਾਰੇ ਲਾਈਨਾਂ 'ਚ ਨੇ। ਬਾਅਦ 'ਚ ਇੱਕ ਮੈਂ ਕਿਤਾਬ ਪੜ੍ਹੀ, ਜਾਪਾਨ ਦਾ ਕਿਸਾਨ ਹੈ ਇੱਕ ਫੁਕੋਕਾ, ਉਹਨੂੰ ਪਿਤਾਮਾ ਕਹਿੰਦੇ ਆ ਕੁਦਰਤੀ ਖੇਤੀ ਦਾ, ਤੇ ਉਹ ਜੰਗਲ ਦੀ ਖੇਤੀ ਕਰਦਾ ਸੀ। ਮੈਨੂੰ ਉਹ ਕਿਤਾਬ ਪੜ੍ਹ ਕੇ ਲੱਗਿਆ ਕਿ ਯਾਰ 1 ਕਿੱਲੇ ਨੂੰ ਤਾਂ ਆਪਾਂ ਜੰਗਲ ਦੇ ਤੌਰ ਤੇ ਛੱਡ ਕੇ ਦੇਖੀਏ। ਪਹਿਲਾਂ ਤਾਂ ਮੈਨੂੰ ਇਦਾਂ ਹੀ ਛੱਡਤਾ ਵੀ ਜਿਹੜਾ ਕੁਛ ਹੁੰਦਾ ਹੈ, ਫਿਰ ਅਸੀਂ ਘਰੇ ਜਿਹੜੀ ਕੋਈ ਚੀਜ਼ ਖਾਂਦੇ ਲੱਗਦਾ ਯਾਰ ਅੰਬ ਬੜਾ ਵਧੀਆ, ਉਹ ਦੂਰੋਂ ਮਾਰਦੇ ਵਗਾ ਕੇ ਇੱਥੇ, ਜਿਹੜੇ ਉਹਨਾਂ ਟੇਢੇ ਵਿੰਗੇ ਆਪਣੇ ਆਪ ਹੋਏ ਨੇ, ਉਹ ਬੀਆਂ ਤੋਂ ਆਪੇ ਹੋਏ ਨੇ। ਅੱਛਾ ਜੀ। ਹਾਂ, ਫਿਰ ਇਹ ਇਦਾਂ ਜੰਗਲ ਦਾ ਰੂਪ ਜਿਹਾ ਲੈ ਗਿਆ ਇਹ। ਹੁਣ ਪਿਛਲੇ ਸਾਲ ਮੇਰੇ ਮਨ 'ਚ ਮੈਨੂੰ ਇਹ ਲੱਗਣ ਲੱਗ ਗਿਆ ਵੀ ਇਹ ਕੰਮ ਬਹੁਤ ਸੌਖਾ ਯਾਰ, ਜੰਗਲ ਦੀ ਖੇਤੀ ਬਹੁਤ ਸੌਖੀ ਹੈ। ਤੇ ਪਿਛਲੇ ਸਾਲ ਹੁਣ ਮੈਂ ਇਹ ਸੋਚਿਆ ਵੀ ਆਪਦੀ ਸਾਰੇ ਖੇਤ ਨੂੰ ਜੰਗਲ ਹੀ ਤਿਆਰ ਕਰਨਾ। ਇਸ ਕਰਕੇ ਹੁਣ ਮੈਂ ਇਸ ਸਾਲ ਸਾਰੇ ਤਜਰਬੇ ਕਰ ਰਿਹਾ ਵੀ ਕਿਹੜੀ ਫਸਲ ਵਧੀਆ ਹੁੰਦੀ ਆ, ਸੌਖਿਆਂ ਹੁੰਦੀ ਹੈ, ਠੀਕ ਹੈ ਜੀ। ਹੁਣ ਮੈਂ ਸਾਉਣੀ ਦੀਆਂ ਫਸਲਾਂ ਮੈਂ ਕੁਛ ਆਇਡੈਂਟੀਫਾਈ ਕੀਤੀਆਂ ਨੇ, ਅੱਗੇ ਹਾੜੀ ਦੀਆਂ ਕਰਾਂਗੇ, ਫਿਰ ਇੱਕ ਪਲਾਨ ਜਿਹਾ ਬਣ ਜੂਗਾ ਵੀ ਆਪਾਂ ਯਾਰ ਆਹ ਲਾਓ, ਸੌਖੀਆਂ ਨੇ। ਤੇ ਅੱਛਾ, ਕਿੰਨਾ ਸਮਾਂ? 6-7 ਸਾਲ ਹੋ ਗਏ ਜੰਗਲ ਨੂੰ? ਹਾਂਜੀ, 6 ਸਾਲ ਹੋ ਗਏ ਨੂੰ ਛੱਡੇ ਨੂੰ, ਜਿੱਥੇ ਟਰੈਕਟਰ ਬੜੇ ਨੂੰ। ਅੱਛਾ, ਇਹ ਗੱਲ ਬਾਈ ਜੀ ਨੇ ਖੁਦ ਦੱਸਤੀ। ਅਸੀਂ ਗੱਲਬਾਤ ਕਰ ਰਹੇ ਸੀ ਕਿ ਬਾਈ ਜੀ ਕਹਿੰਦੇ ਕਿ ਇਸ ਜੰਗਲ ਨੂੰ 6 ਸਾਲ ਹੋ ਚੁੱਕੇ ਆ। 6 ਸਾਲਾਂ ਤੋਂ ਇਸ ਜੰਗਲ ਦੇ ਵਿੱਚ ਟਰੈਕਟਰ ਨਹੀਂ ਵੜਿਆ। ਜਦੋਂ ਅਸੀਂ ਗੱਲਬਾਤ ਕੀਤੀ ਕਿ ਬਾਈ ਜੀ ਮੁਨਾਫਾ ਕਿੰਨਾ ਕੁ ਹੋ ਜਾਊਗਾ ਇੱਥੇ, ਜਿਹੜੇ ਹਾਲਾਂਕਿ ਤੁਹਾਨੂੰ ਦਿਖਾਵਾਂਗੇ ਕੀ ਚੀਜ਼ ਲੱਗਿਆ, ਬਾਈ ਜੀ ਦੇ ਨਾਲ ਗੱਲਬਾਤ ਵੀ ਕਰਾਂਗੇ, ਕਿਹੜੇ ਫਲ ਫਰੂਟ ਆ, ਕਿਹੜੀ ਫਸਲ ਤੁਸੀਂ ਇੱਥੇ ਜਿਹੜੀ ਆ ਬੀਜਦੇ ਹੋ। ਤਾਂ ਬਾਈ ਜੀ ਨੇ ਦੱਸਿਆ ਕਿ 1 ਸਾਲ ਦਾ ਸਾਨੂੰ 1 ਲੱਖ ਤੱਕ ਜਿਹੜਾ ਆ ਇਹ ਆਮਦਨ ਬਾਈ ਜੀ 1 ਲੱਖ ਤੱਕ ਦੇ ਦੂਗਾ ਜੀ ਆਰਾਮ ਨਾਲ। 1 ਲੱਖ ਤੱਕ ਦੀ ਬਾਈ ਜੀ ਜਿਹੜਾ ਦੱਸ ਰਿਹਾ ਕਿ ਆਮਦਨ ਦੇ ਦੂ। ਵੱਡੀ ਗੱਲ, ਅਸੀਂ 1 ਲੱਖ ਵੀ ਕਮਾ ਰਹੇ ਹਾਂ, ਪਲੱਸ ਚੰਗੀ ਖੇਤੀ ਕਰਕੇ, ਪਲੱਸ ਜਿਹੜੀ ਹੈਗੀ ਆ ਸਿਹਤਮੰਦ ਖੇਤੀ ਕਰਕੇ ਜਿਹੜਾ ਹੈ ਅਪਣਾ ਰਹੇ ਹਾਂ। ਬਾਈ ਜੀ ਫਿਰ ਜਦੋਂ ਤੁਸੀਂ ਪੂਰੇ ਨੂੰ ਤਬਦੀਲ ਕਰੋਗੇ, 6 ਕਿੱਲਿਆਂ ਨੂੰ ਜੰਗਲ ਦੇ ਵਿੱਚ ਤਬਦੀਲ ਕਰੋਗੇ, ਤਾਂ ਫਿਰ ਟਰੈਕਟਰ ਜਿਹੜੇ ਆ ਪਾਸੇ ਰਹੂਗਾ ਟਰੈਕਟਰ? ਹਾਂਜੀ, ਟਰੈਕਟਰ ਤਾਂ ਮੇਰੇ ਕੋਲ ਹੁਣ ਵੀ ਨਹੀਂ ਹੈਗਾ। ਟਰੈਕਟਰ ਤਾਂ ਮੈਂ ਵੇਚ ਚੁੱਕਿਆ, 2.5 ਸਾਲ 3 ਸਾਲ ਹੋ ਗਏ। ਅੱਛਾ ਜੀ। ਹਾਂਜੀ ਹਾਂ, ਟਰੈਕਟਰ ਮੇਰੇ ਕੋਲ ਨਹੀਂ। ਟਰੈਕਟਰ ਤਾਂ ਮੈਂ ਲਾ ਲਓ ਭਰਾ ਦੇ ਟਰੈਕਟਰ ਤੋਂ ਕੰਮ ਸਾਰਦਾ ਜਿੰਨੇ ਕੁ ਮੈਨੂੰ ਲੋੜ ਹੈ, ਤੇ ਬਾਕੀ ਟਰੈਕਟਰ ਮੇਰੇ ਕੋਲ ਹੈ ਨਹੀਂਗਾ। ਤੇ ਕੋਈ ਪੁਰਾਣੇ ਸੰਦ ਖੜੇ ਨੇ, ਉਹ ਵੀ ਹੌਲੀ ਹੌਲੀ ਵੇਚ ਦਿਆਂਗੇ, ਉਹਨਾਂ ਦੀ ਵੀ ਐਡੀ ਲੋੜ ਨਹੀਂ ਹੈਗੀ। ਜੰਗਲ ਦੀ ਖੇਤੀ 'ਚ ਆਪਾਂ ਇੱਕ ਗੱਲ, ਤੁਸੀਂ ਜਦੋਂ ਗੱਲ ਕਰ ਰਹੇ ਸੀਗੇ, ਇੱਕ ਦੂਜੀ ਗੱਲ ਹੈ ਇਹ 'ਚ ਖਰਚਾ ਕੋਈ ਨਹੀਂ। ਅੱਛਾ ਜੀ। ਇਸ ਖੇਤੀ ਦੇ ਵਿੱਚ ਨਾ ਤੁਸੀਂ ਵਾਹੁਣਾ ਹੈ, ਤੁਸੀਂ ਸਿਰਫ ਇਕੱਲਾ ਵੱਢਣਾ ਹੈ। ਖੇਤੀ ਤਿਆਰ ਹੋ ਗਿਆ, ਥੋੜਾ ਉਹਨੂੰ ਹਾਰਵੈਸਟ ਕਰਨਾ ਕਿਵੇਂ ਕਰਨਾ, ਹੋਰ ਥੋੜਾ ਕੋਈ ਖਰਚਾ ਨਹੀਂ ਇਹ 'ਚ। ਕੋਈ ਰੇਹ ਨਹੀਂ, ਕੋਈ ਸਪਰੇਅ ਨਹੀਂ, ਕੋਈ ਕੀੜੇ ਨਹੀਂ ਮੈਨੇਜ ਕਰਨੇ, ਕੁਛ ਨਹੀਂ ਕਰਨਾ। ਦੂਸਰੀ, 3 ਸਾਲ ਪਹਿਲਾਂ ਮੈਂ ਮਿੱਟੀ ਚੈੱਕ ਕਰਾਈ ਸੀ। ਆਮ ਤੌਰ 'ਤੇ ਕਿਹਾ ਜਾਂਦਾ ਵੀ ਇੰਨਾ ਘਾਹ ਖੜਾ ਯਾਰ, ਤਾਂ ਜ਼ਮੀਨ ਕਮਜ਼ੋਰ ਹੈ, ਠੀਕ ਹੈ, ਇਹੀ ਕਿਹਾ ਜਾਂਦਾ। ਬਿਲਕੁਲ। ਤਾਂ ਮਿੱਟੀ ਜਿਹੜੀ ਚੈੱਕ ਕਰਾਈ ਸੀ, ਇੱਕ ਆਰਗੈਨਿਕ ਮੈਟਰ ਹੁੰਦਾ ਮਿੱਟੀ ਦੇ ਵਿੱਚ, ਜਿਹੜੀ ਯੂਨੀਵਰਸਿਟੀ ਦਾ ਕਾਲਮ ਹੁੰਦਾ, ਹੋਰ ਬਹੁਤ ਕੁਛ ਹੁੰਦਾ, ਉਹ ਚੀਜ਼ਾਂ ਦੀ ਲੋੜ ਨਹੀਂ ਹੁੰਦੀ। ਜਿਹੜਾ ਉਹ ਜੈਵਿਕ ਕਾਰਬਨ ਆ ਨਾ, ਉਹ ਯੂਨੀਵਰਸਿਟੀ ਕਹਿੰਦੇ ਜੇ 0.25 ਹੈ ਤਾਂ ਘੱਟ ਹੈ, ਜੇ 0.50 ਤਾਂ ਸਫੀਸ਼ੀਐਂਟ ਹੈ, ਤੇ ਜੇ 0.75 ਹੈ ਤਾਂ ਬਹੁਤ ਵਧੀਆ ਹੈ, ਠੀਕ ਹੈ ਜੀ। ਮੇਰੇ 4 ਪਲਾਟ ਨੇ, 1 ਪਲਾਟ ਜੰਗਲ ਵਾਲਾ, 3 ਦੂਜੇ ਨੇ। 4 ਦਾ ਮੈਂ ਸੈਂਪਲ ਲੈ ਕੇ ਗਿਆ ਸੀ। ਬਾਕੀ 3 ਦੇ ਜਿਹੜੇ ਸੈਂਪਲ ਆਏ ਨੇ ਉਹ 0.85 ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਤੋਂ ਵੀ ਵੱਧ ਆਏ ਨੇ 3 ਸਾਲ ਪਹਿਲਾਂ। ਤੇ ਇਹ 3 ਸਾਲ ਪਹਿਲਾਂ ਇਹ ਜੰਗਲ ਦਾ ਆਇਆ ਸੀ 1.34, ਯਾਨੀ ਕਿ ਕਰੀਬ ਬਾਕੀਆਂ ਨਾਲੋਂ ਦੁੱਗਣਾ। ਮਤਲਬ ਜਿਹੜੀ ਆਪਾਂ ਕਹਿ ਦਿੰਦੇ ਆ ਵੀ ਯਾਰ ਝੋਟੇ ਦੇ ਸਿਰ ਵਰਗੀ ਪੈਲੀ ਆ, ਉਹ ਇਹ ਹੈ। ਦੇਖੋ, ਜੰਗਲ ਦੇ ਵਿੱਚ ਆਰਗੈਨਿਕ ਮੈਟਰ ਜਾਂ ਜੈਵਿਕ ਕਾਰਬਨ ਆ ਜਿਹੜੀ, ਉਹੀ ਮੇਨ ਆ ਜਿਹੜੀ ਧਰਤੀ ਨੂੰ ਤਾਕਤਵਰ ਬਣਾਉਂਦੀ ਆ। ਹੁਣ ਮੈਂ ਇਸ ਸਾਲ ਇਹਦੀ ਫਿਰ ਮਿੱਟੀ ਟੈਸਟ ਕਰਾਉਣੇ, ਮੈਨੂੰ ਇਹ ਲੱਗਦਾ ਵੀ ਇਹ
2 ਤੋਂ 3 ਦੇ ਵਿਚਾਲੇ ਹੋਣੀ ਚਾਹੀਦੀ ਹੈ ਜੈਵਿਕ ਕਾਰਬਨ। ਉਦੋਂ ਵੀ ਉੱਪਰ ਹੋਣੀ ਚਾਹੀਦੀ। ਅੱਛਾ ਫਿਰ ਬਾਈ ਜੀ ਕਿਹੜੀਆਂ ਹੁਣ ਜੇਕਰ ਆਪਾਂ ਫਸਲਾਂ ਦੀ ਗੱਲ ਕਰੀਏ, ਜਿਵੇਂ ਫਲ ਫਰੂਟ ਦੇਖ ਰਹੇ ਹਾਂ, ਵੱਖ-ਵੱਖ ਪੌਦੇ ਦੇਖ ਰਹੇ ਹਾਂ, ਕੀ ਚੀਜ਼ਾਂ ਇਸ ਜੰਗਲ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਤੁਸੀਂ ਜਿਹੜਾ ਹੈ ਬੀਜਦੇ ਹੋ? ਇਹਦੇ ਵਿੱਚ ਦੇਖੋ ਫਰੂਟ ਦਾ ਸਾਰੇ ਮਿਕਸ ਹੀ ਲੱਗੇ ਹੋਏ ਨੇ ਜੀ। ਉਹ ਤਾਂ ਮੈਂ ਪਹਿਲਾਂ ਘਰ ਵਾਸਤੇ ਲਾਏ ਸੀ 2-2 4-4 ਬੂਟੇ ਸਾਰਿਆਂ ਦੇ। ਔਰ ਕਰੀਬ ਸਾਡੇ ਕੋਲ 34-35 ਕਿਸਮ ਦੇ ਫਰੂਟ ਹੈਗੇ ਨੇ। ਅੱਛਾ ਜੀ। ਹਾਂਜੀ ਕਰੀਬ ਮੈਨੂੰ ਲੱਗਦਾ 30 ਕਿਸਮਾਂ ਅਸੀਂ ਖਾ ਵੀ ਰਹੇ ਹੋਵਾਂਗੇ ਇਸ ਟਾਈਮ, ਸੀਜ਼ਨ ਦੇ ਹਿਸਾਬ ਨਾਲ ਮਿਲੀ ਜਾਂਦੀ ਸਾਨੂੰ। ਦੂਸਰਾ ਸਾਡੇ ਕੋਲ ਇੱਥੇ ਮੇਨ ਜ਼ਿਆਦਾ ਹਲਦੀ ਹੈ। ਅੱਛਾ ਜੀ। ਹਲਦੀ ਸਾਡੀ ਡਿਮਾਂਡ ਬਹੁਤ ਆ। ਹਲਦੀ ਬਹੁਤ ਸੌਖੀ ਫਸਲ ਹੈ, ਆਰਾਮ ਨਾਲ ਛਾਂ 'ਚ ਵੀ ਹੋ ਜਾਂਦੀ ਹੈ, ਮਾੜੀ ਮੋਟੀ ਧੁੱਪ 'ਚ ਵੀ ਹੋ ਜਾਂਦੀ ਹੈ, ਕੋਈ ਚੱਕਰ ਨਹੀਂ। ਛਾਂ 'ਚ ਜ਼ਿਆਦਾ ਹੁੰਦੀ ਹੈ? ਛਾਂ 'ਚ ਵੀ ਹੋ ਜਾਂਦੀ ਹੈ, ਹਾਂ ਵਧੀਆ ਹੋ ਜਾਂਦੀ ਹੈ। ਮਤਲਬ ਜਿਹੜੀ ਆਮਦਨ ਹੁਣ ਤੁਹਾਨੂੰ ਮੇਨਲੀ ਇਸ ਜੰਗਲ ਦੇ ਵਿੱਚੋਂ ਹਲਦੀ ਦੇਣੀ ਹੈ? ਹਲਦੀ ਨਹੀਂ ਦੇਣੀ ਹੈ ਜੀ, ਮੇਨ ਆਮਦਨ 70% ਆਮਦਨ ਹਲਦੀ ਦੀ ਹੋਣੀ ਆ। ਬਾਕੀ ਅਸੀਂ ਇਹਦੇ ਵਿੱਚ ਐਤਕੀ ਥੋੜ੍ਹੀਆਂ ਸਬਜ਼ੀਆਂ ਟਰਾਈ ਕੀਤੀਆਂ ਸੀ ਗਰਮੀ ਦੀਆਂ, ਉਹ ਵੀ ਹੈਗੀਆਂ ਨੇ। ਇੱਧਰ ਕੱਦੂ ਵਗੈਰਾ ਲੱਗੇ ਨੇ, ਆਹ ਚੌਲੇ ਦੀਆਂ ਵੇਲਾਂ ਨੇ ਸਾਰੀਆਂ, ਠੀਕ ਹੈ ਜੀ। ਇੱਧਰ ਅੰਬ ਹਲਦੀ ਹੈ। ਹੁਣ ਅੱਗੇ ਅਸੀਂ ਗੰਨਾ ਇਹ 'ਚ ਟਰਾਈ ਕਰਨਾ, ਠੀਕ ਹੈ ਜੀ। ਸਰਦੀਆਂ ਦੀਆਂ ਸਬਜ਼ੀਆਂ ਆ ਜਾਣੀਆਂ ਨੇ। ਸੋ ਉਹ ਸਾਰੀਆਂ ਚੀਜ਼ਾਂ ਰਲਾ ਮਿਲਾ ਕੇ ਮਤਲਬ ਇੱਕ ਵਧੀਆ ਸਾਨੂੰ, ਹਾਲੇ ਤਾਂ ਇਹ ਤਜਰਬੇ ਵਾਲਾ ਏਰੀਆ ਨਾ, ਤੇ ਇਹਦੇ 'ਚੋਂ ਵੀ ਸਾਨੂੰ ਲੱਗਦਾ ਕਿ ਵਧੀਆ ਪ੍ਰੋਫਿਟ ਦੇਊਗਾ। ਅੱਛਾ ਫਿਰ ਜਿੱਦਾਂ ਹੁਣ ਤੁਸੀਂ 6 ਕਿੱਲਿਆਂ ਦੀ ਗੱਲ ਕੀਤੀ ਹੈ, ਪਰ 6 ਕਿੱਲਿਆਂ ਦੇ ਵਿੱਚ ਪੂਰੇ ਨੂੰ ਪੂਰੇ ਜੰਗਲ ਦਾ ਤਬਦੀਲ ਕਰਕੇ ਉੱਥੇ ਕਿਹੜੀ ਫਸਲ ਜਿਹੜੀਆਂ ਜਾਂ ਇਹੀ ਫਸਲਾਂ ਹੋਣਗੀਆਂ? ਉਹਦੇ ਵਿੱਚ ਅਸੀਂ ਉਹੀ ਜਿਹੜੇ ਆਪਣੇ ਆਇਡੈਂਟੀਫਿਕੇਸ਼ਨ ਦੀ ਗੱਲ ਚੱਲਦੀ ਆ, ਉਹਦੇ ਵਿੱਚ ਇੱਕ ਤਾਂ ਅਸੀਂ ਦਰਖਤ ਮੈਂ ਆਇਡੈਂਟੀਫਾਈ ਕਰ ਰਹੇ ਨੇ ਜਿਹੜੇ ਸੌਖਿਆਂ ਹੀ ਕਮਰਸ਼ੀਅਲ ਵੀ ਨੇ ਤੇ ਸੌਖੇ ਵੀ ਹੁੰਦੇ ਨੇ। ਉਹਦੇ ਵਿੱਚ ਜਿਵੇਂ ਫਰੂਟ ਆ, ਅਮਰੂਦ ਹੈ, ਅੰਬ ਸਾਡੇ ਬਹੁਤ ਵਧੀਆ ਹੁੰਦਾ ਇੱਥੇ, ਠੀਕ ਹੈ ਜੀ। ਨਿੰਬੂ ਹੋ ਜਾਣਗੇ, ਮਸੰਮੀ ਹੋ ਜੂਗੀ। ਸੋ ਇਸ ਤਰ੍ਹਾਂ ਮੈਂ 8-9 ਫਰੂਟ, ਔਲਾ ਗਾ 8 ਕੁ ਫਰੂਟ ਆਇਡੈਂਟੀਫਾਈ ਕੀਤੇ ਜਿਹੜੇ ਮੰਡੀ 'ਚ ਸੌਖਿਆਂ ਵਿਕਦੇ ਨੇ, ਬੜੇ ਸੌਖਿਆਂ ਪੈਦਾ ਹੁੰਦੇ ਨੇ, ਠੀਕ ਹੈ ਜੀ। ਸੋ ਮੇਨਲੀ ਉਹਦੇ 'ਚ 80% ਉਹੀ ਫਰੂਟ ਹੋਣਗੇ। ਬਾਕੀ ਦਰਖਤ ਉਹ ਹੋਣਗੇ ਜਿਹੜੇ ਸਿਸਟਮ ਚਲਾਉਣ ਵਾਸਤੇ ਨੇ, ਕੋਈ ਸੁਹੰਜਣਾ ਹੈ, ਕੋਈ ਕਿੱਕਰ ਬੇਰੀਆਂ, ਉਹ ਸਿਸਟਮ ਵਾਲੇ ਹੋਣਗੇ। ਉਹਨਾਂ ਤੁਸੀਂ ਲੈਣਾ ਕੁਝ ਨਹੀਂ, ਉਹ ਬਸ ਪੱਤਾ ਸੁੱਤਾ ਉਹ ਕਰਨਗੇ। ਤੇ ਜ਼ਿਆਦਾਤਰ ਕਮਰਸ਼ੀਅਲ ਚੀਜ਼ਾਂ ਲਾਵਾਂਗੇ ਦਰਖਤ ਹੀ ਹੋਊਗਾ, ਜੰਗਲੀ, ਪਰ ਇੱਕ ਕਮਰਸ਼ੀਅਲ ਜੰਗਲ ਹੋਊਗਾ। ਅੱਛਾ ਇੱਕ ਚੀਜ਼ ਹੋਰ ਦੱਸੋ, ਜਿਵੇਂ ਹੁਣ ਇਹਦੇ ਵਿੱਚ ਜਿਹੜੇ ਫਲ ਫਰੂਟ ਨੇ ਹਨਾ, ਸਬਜ਼ੀਆਂ ਨੇ, ਜਦੋਂ ਇਹਨਾਂ ਨੂੰ ਤੁਸੀਂ ਮੰਡੀ ਕਰਨ ਦੇ ਲਈ ਲੈ ਕੇ ਜਾਂਦੇ ਹੋ ਤਾਂ ਚਲੋ ਠੀਕ ਹੈ, ਜਿਹੜੀ ਫਸਲ ਜਾਂਦੀ ਹੈ, ਫਸਲ ਦਾ ਸਾਨੂੰ ਵੱਧ ਪੈਸਾ ਮਿਲਦਾ ਹਨਾ, ਇਹਨਾਂ ਚੀਜ਼ਾਂ ਦਾ ਵੀ ਪੈਸਾ ਜਿਹੜਾ ਵੱਧ ਮਿਲਦਾ, ਜਾਂ ਇਹ ਉਸੇ ਰੇਟ ਦੇ ਵਿੱਚ ਹੀ ਸਾਨੂੰ ਦੇਣੀਆਂ ਪੈਂਦੀਆਂ ਜਿਹੜਾ ਮੰਡੀ ਦਾ ਭਾਅ ਹੁੰਦਾ? ਦੇਖੋ ਦੋ ਨੇ ਜੀ ਗੱਲਾਂ। ਵੈਸੇ ਤਾਂ ਸਾਡੀ ਇੱਥੋਂ ਬੜੀ ਸੀਮਤ ਜੀ ਕੋਸ਼ਿਸ਼ ਕਰਦੇ ਹਾਂ ਵੀ ਸੀਮਤ ਜੀ ਪੈਦਾਵਾਰ ਸਾਡੀ ਨਿਕਲ ਰਹੀ ਰਹੇ। ਉਹ ਸਾਡੀ ਇੱਕ ਦੁਕਾਨ ਆ, ਉੱਥੇ ਚੱਲਦੀ ਹੈ, ਉੱਥੇ ਸਾਨੂੰ ਰੇਟ ਵੱਧ ਮਿਲ ਜਾਂਦਾ ਇਹਦਾ। ਪਰ ਜੇ ਕਿਸੇ ਚੀਜ਼ ਦੀ ਬਲਕ ਪ੍ਰੋਡਕਸ਼ਨ ਹੋ ਜੇ, ਜ਼ਿਆਦਾ ਪ੍ਰੋਡਿਊਸ ਹੋ ਗਈ ਸਬਜ਼ੀ ਫਰੂਟ ਨੂੰ ਅਸੀਂ ਕੰਟਰੋਲ ਨਹੀਂ ਕਰ ਸਕਦੇ, ਤਾਂ ਫਿਰ ਉਹਨੂੰ ਅਸੀਂ ਮੰਡੀ ਵੇਚ ਦਿੰਦੇ ਹਾਂ। ਮੰਡੀ 'ਚ ਕੋਈ ਦੂਜਾ ਭਾਅ ਨਹੀਂ, ਉੱਥੇ ਬੋਲੀ ਦਾ ਭਾਅ, ਉੱਥੇ ਬੋਲੀ ਦਾ ਭਾਅ ਜੋ ਹੈਗਾ ਸੋ। ਆਪਾਂ ਚੱਲਦੇ ਬਾਈ ਜੀ ਗੱਲ ਕਰਾਂਗੇ। ਅੱਛਾ ਇੱਕ ਹੋਰ ਗੱਲ ਦੱਸਿਓ, ਜਦੋਂ ਅਸੀਂ ਇਸ ਦੇ ਵਿੱਚ ਤਬਦੀਲ ਹੋਣਾ, ਜਦੋਂ ਅਸੀਂ ਇਸ ਖੇਤੀ ਦੇ ਵਿੱਚ ਆਉਣਾ, ਕੁਦਰਤੀ ਖੇਤੀ ਦੇ ਵਿੱਚ ਆਉਣਾ, ਤਾਂ ਬਾਈ ਜ਼ਮੀਨ ਜਿਹੜਾ ਕਿੰਨਾ ਸਮਾਂ ਲੈ ਜਾਂਦੀ ਹੈ? ਕਿਉਂਕਿ ਦੇਖੋ ਇੱਕ ਜ਼ਮੀਨ ਇੱਕ ਜਿਵੇਂ ਕਹਿ ਲਈਏ ਇੱਕ ਨਸ਼ੇੜੀ ਹੈ, ਇੱਕ ਨਸ਼ੇੜੀ ਨੇ ਸੁਧਰਨਾ, ਹੌਲੀ ਹੌਲੀ ਸੁਧਰੂਗਾ, ਸਮਾਂ ਲਊਗਾ, ਕਿੰਨਾ ਸਮਾਂ ਲੈ ਜਾਂਦੀ ਆ? ਦੇਖੋ ਜ਼ਮੀਨ ਵੈਸੇ ਤਾਂ ਆਪਾਂ ਜਦੋਂ ਇਹਨੂੰ ਬੰਦ ਕਰ ਦਿਆਂਗੇ ਉੱਤੋਂ ਰੇਹਾਂ ਸਪਰੇਆਂ ਪਾਉਣੀਆਂ, ਜ਼ਮੀਨ ਨੇ ਤਾਂ ਉੱਥੋਂ ਸੁਧਰਨਾ ਸ਼ੁਰੂ ਹੋ ਜਾਣਾ, ਠੀਕ ਹੈ। ਪਰ ਮੈਨੂੰ ਲੱਗਦਾ ਵੀ ਸਾਲ 1.5 ਸਾਲ ਦੇ ਵਿੱਚ ਬਹੁਤ ਵਧੀਆ ਜ਼ਮੀਨ ਸੈੱਟ ਹੋ ਜਾਂਦੀ ਆ। ਬਾਕੀ ਸਾਨੂੰ ਕਿੰਨਾ ਕੁ ਗਿਆਨ ਆ, ਠੀਕ ਹੈ, ਸਾਡੀ ਨੌਲੇਜ ਕਿਵੇਂ ਆ, ਠੀਕ ਹੈ ਜੀ, ਉਹਨੇ ਜ਼ਮੀਨ ਨੂੰ ਠੀਕ ਕਰਨਾ। ਤੇ ਜ਼ਮੀਨ ਬਹੁਤ ਜਲਦੀ ਆਪਦੇ ਆਪ ਨੂੰ ਠੀਕ ਕਰਦੀ ਹੈ। ਬੰਦੇ ਦੇ ਸਰੀਰ ਤੇ ਜ਼ਮੀਨ 'ਚ ਕੋਈ ਬੜਾ ਫਰਕ ਨਹੀਂ। ਜੇ ਆਪਾਂ ਕਿਸੇ ਨਸ਼ੇ ਤੇ ਲੱਗੇ ਹਾਂ, ਜੇ ਆਪਾਂ ਨਸ਼ਾ ਅੱਜ ਬੰਦ ਕਰਤਾ ਤਾਂ ਅਸੀਂ ਅੱਜ ਤੋਂ ਠੀਕ ਹੋਣੇ ਸ਼ੁਰੂ ਹੋ ਗਏ। ਮਾੜੀ ਚੀਜ਼ ਛੱਡ ਕੇ ਚੰਗੀ ਖਾਣੀ ਸ਼ੁਰੂ ਹੋ ਗਈ, ਉਵੇਂ ਹੀ ਜ਼ਮੀਨ ਹੈ ਜੀ। ਸ਼ੁਰੂਆਤ ਤਾਂ ਜੀ ਉਦੋਂ ਹੀ ਹੋ ਜਾਣੀ ਹੈ ਜਿਸ ਦਿਨ ਆਪਾਂ ਉਹ ਫੈਸਲਾ ਲੈ ਲਿਆ, ਤੇ ਬੜੀ ਛੇਤੀ ਆਪਦੇ ਆਪ ਨੂੰ ਤਬਦੀਲ ਕਰ ਦੇ ਕੋਈ। ਬਾਕੀ ਹੁਣ 10 ਸਾਲਾਂ 'ਚ ਬੜੇ ਸੌਖੇ ਤਰੀਕੇ ਲੱਭ ਗਏ ਨੇ, ਠੀਕ ਹੈ ਜੀ। ਤੇ ਮੇਰੇ ਵਰਗੇ ਜਿਵੇਂ ਸੁਸਤ ਕਿਸਾਨਾਂ ਨੂੰ ਵੀ ਬਹੁਤ ਸੌਖੇ ਤਰੀਕੇ ਲੱਭ ਗਏ ਜ਼ਮੀਨ ਨੂੰ ਤਕੜਾ ਕਰਨ ਦੇ, ਤੇ ਉਹਨਾਂ ਤਰੀਕਿਆਂ ਨਾਲ ਹੋ ਜਾਂਦਾ, ਕੋਈ ਬੜਾ ਵੱਡੀ ਗੱਲ ਨਹੀਂ। ਮਲਚਿੰਗ ਸਭ ਤੋਂ ਵਧੀਆ ਤਰੀਕਾ ਆ, ਮੇਰੇ ਪਰਾਲੀ ਪਾਈ ਹੋਈ ਇੱਥੇ, ਇਦੋਂ ਵਧੀਆ ਤਰੀਕਾ ਹੀ ਨਹੀਂ ਕੋਈ, ਸਸਤਾ ਤੇ ਸੌਖਾ। ਖੇਤ ਨੂੰ ਪਰਾਲੀ ਨਾਲ ਢੱਕ ਦਿਓ, ਫਸਲ ਬੀਜ ਕੇ ਢੱਕ ਦਿਓ, ਠੀਕ ਹੈ ਜੀ। ਤੇ ਇਦੋਂ ਸੌਖਾ ਤਰੀਕਾ ਹੀ ਨਹੀਂ ਜ਼ਮੀਨ ਤਕੜੀ ਕਰਨ ਦਾ। ਅੱਛਾ ਹੁਣ ਪੈਦਾਵਾਰ ਤਾਂ ਚਲੋ ਠੀਕ ਆ, ਅਸੀਂ ਮੰਨ ਲਈਏ ਕਿ ਦੂਸਰੀ ਨਾਲੋਂ ਜੇ ਹੁਣ ਆਪਾਂ ਬਾਈ ਕਣਕ ਦੀ ਗੱਲ ਕਰ ਲਈਏ, ਘਟਦੀ ਕਿੰਨੀ ਕੁ ਪੈਦਾਵਾਰ ਦਾ ਫਰਕ ਜਿਹੜਾ ਕਿੰਨਾ ਕੁ ਪੈਂਦਾ? ਕਣਕ ਤੁਸੀਂ ਅੱਧ ਮੰਨ ਕੇ ਚੱਲੋ, ਅੱਛਾ ਅੱਧ ਮੰਨ ਕੇ ਚੱਲੋ, ਪਰ ਕਣਕ ਦੀ ਡਿਮਾਂਡ ਬਹੁਤ ਆ, ਉਹ ਰੇਟ ਦੁੱਗਣਾ ਮਿਲ ਜਾਂਦਾ। ਜੇ ਪੈਸਿਆਂ ਦੇ ਹਿਸਾਬ ਨਾਲ ਲਾਈਏ ਤਾਂ ਪੈਸੇ ਪੂਰੇ ਕਰ ਦਿੰਦੀ ਓਨੀ, ਅੱਛਾ ਠੀਕ ਹੈ ਜੀ। ਤੇ ਪਰ ਝਾੜ ਦੇ ਹਿਸਾਬ ਨਾਲ, ਕਿਉਂਕਿ ਮੇਰੀ ਕਿਸੇ ਟਾਈਮ 8 ਕੁਇੰਟਲ ਵੀ ਨਿਕਲਦੀ ਹੈ, ਹੁਣ 13 13.5 ਕੁਇੰਟਲ ਨਿਕਲ ਰਹੀ ਹੈ। ਆਪਾਂ ਐਵਰੇਜ ਲਾਈਏ ਤਾਂ ਬਸ ਉਹਨੂੰ 10 ਕੁਇੰਟਲ ਲਾ ਲਓ ਜੀ, ਆਮ 20 ਹੈ ਪੰਜਾਬ ਦੀ। ਜਦੋਂ ਇੱਕ ਚੀਜ਼ ਹੋਰ ਹੁੰਦੀ ਆ ਬਾਈ, ਜਦੋਂ ਆਪਾਂ ਇਦਾਂ ਦੀ ਅਲੱਗ ਚੀਜ਼ ਕਰਦੇ ਆ, ਚਲੋ ਠੀਕ ਆ, ਪਹਿਲਾਂ ਤਾਂ ਸਾਨੂੰ ਕਈ ਵਾਰੀ ਪਰਿਵਾਰ ਨਾਲ ਸੰਘਰਸ਼ ਕਰਨਾ ਪੈਂਦਾ, ਚਲੋ ਉਹ ਤੋਂ ਤੁਸੀਂ ਜਿਹੜੇ ਖੁਸ਼ਕਿਸਮਤ ਰਹੇ ਸੰਘਰਸ਼ ਨਹੀਂ ਹੋਇਆ। ਉਦੋਂ ਬਾਅਦ ਸਾਨੂੰ ਆਲੇ ਦੁਆਲੇ ਨਾਲ ਸੰਘਰਸ਼ ਬੜਾ ਕਰਨਾ ਪੈਂਦਾ ਸਾਡੇ ਨਾਲ, ਹਨਾ, ਜਿਹੜਾ ਆਲਾ ਦੁਆਲਾ ਹੁੰਦਾ ਨਾ, ਕਿਉਂਕਿ ਇੱਕ ਪਾਸੇ ਜੇਕਰ ਤੁਹਾਡਾ ਜੰਗਲ ਆ, ਦੂਜੇ ਪਾਸੇ ਅਸੀਂ ਦੇਖ ਰਹੇ ਹਾਂ ਝੋਨਾ, ਉਹੀ ਫਸਲਾਂ, ਤਾਂ ਫਿਰ ਆਲੇ ਦੁਆਲੇ ਤੋਂ ਕਿੱਦਾਂ ਦਾ ਕੁਝ ਸਾਨੂੰ ਮਿਲਦਾ? ਕੀ ਕੁਝ ਕਹਿੰਦੇ ਹੋਣਗੇ?
ਨਹੀਂ ਆਲਾ ਦੁਆਲਾ ਮਤਲਬ ਥੋੜੀ ਜਿਹੀ ਟੀਚਰ ਜੀ ਤੇ ਥੋੜਾ ਜਿਹਾ ਜਿਵੇਂ ਹੋ ਸਕਦਾ ਉਹਨਾਂ ਨੂੰ ਫਿਕਰ ਵੀ ਹੋਵੇ ਵੀ ਯਾਰ ਇਹ ਬੰਦਾ ਫੇਲ ਹੀ ਨਾ ਹੋ ਜੇ। ਉਹਨਾਂ ਨੂੰ ਇਦਾਂ ਤਾਂ ਲੱਗਦਾ, ਉਹਨਾਂ ਨੂੰ ਐ ਲੱਗਦਾ ਵੀ ਆਹ ਯਾਰ ਇਹਨੇ ਇੱਕ ਕਿੱਲਾ ਖਰਾਬ ਕਰ ਰੱਖਿਆ, ਇੱਥੇ ਕੁਝ ਹੁੰਦਾ ਤਾਂ ਹੈ ਨਹੀਂ। ਜਾਂ ਪੁੱਛਦੇ ਵੀ ਆਹ ਦਰਖਤ ਕੀ ਆ, ਮੈਂ ਕਹਿੰਦਾ ਇਹ ਤੇ ਫੁੱਲ ਲੱਗਣੇ, ਇਹਦਾ ਕੀ ਫਾਇਦਾ ਹਨਾ। ਉਹ ਹਰੇਕ ਚੀਜ਼ ਨੂੰ ਤੋਲਣ ਦਾ ਜਿਹੜਾ ਹਿਸਾਬ ਕਿਤਾਬ ਪਿਆ। ਪਰ ਉਹੀ ਆਲਾ ਦੁਆਲਾ ਇਹ ਵੀ ਜਦੋਂ ਤੁਸੀਂ ਜੀਰੀ ਲੱਗਦੀ ਹੁੰਦੀ ਆ ਸਾਰੀ ਲੇਬਰ ਮੇਰੇ ਖੇਤ ਆ ਕੇ ਬਹਿੰਦੀ ਆ, ਉਹਨਾਂ ਦੇ ਆਪ ਦੇ ਖੇਤ 'ਚ ਦਰਖਤ ਹੈ ਨਹੀਂਗੇ, ਠੀਕ ਹੈ ਜੀ। ਫਿਰ ਉਹੀ ਲੇਬਰ ਇੱਥੇ ਵੀ ਆ ਕੇ ਬਹਿੰਦੀ ਆ, ਜਿਹੜੇ ਹੋ ਬਹਿ ਕੇ ਵੀ ਉਹ ਟਿਚਰਾਂ ਹੀ ਕਰਦੇ ਆ ਮੈਨੂੰ ਵੀ ਯਾਰ ਆਹ ਥਾਂ ਜੀ ਤਾਂ ਖਰਾਬ ਹੀ ਕਰ ਰੱਖੀ ਆ, ਵੀ ਤੁਸੀਂ ਬੈਠੇ ਉਸੇ ਛਾਂ 'ਚ ਹੀ ਹੋ। ਤੇ ਪਰ ਉਹ ਲੋਕਾਂ ਦਾ ਮਾਈਂਡ ਸੈੱਟ ਆ। ਮੇਰੀ ਆਦਤ ਆ, ਮੈਂ ਤਾਂ ਸਿਰ ਸਿੱਟ ਕੇ ਤੇ ਕੰਨ ਬੰਦ ਕਰਕੇ ਕੰਮ ਕਰਦਾ, ਉਹ ਤਾਂ ਮੈਂ ਨਹੀਂ ਝੱਕਦਾ ਕਿਸੇ ਕੰਨੀ। ਸੌਖਾ ਵੀ ਇਹੀ ਹੈ, ਜੇ ਝਾਕੀ ਜਾਵਾਂਗੇ ਤਾਂ ਔਖੇ ਹੋਵਾਂਗੇ। ਅੱਛਾ, ਫਿਰ ਇਹਦੀ ਬਾਈ ਹੋਰ ਜਾਣਕਾਰੀ ਕਿੱਥੋਂ ਇਕੱਤਰ ਕਰਦੇ ਹੋ ਵੱਖੋ ਵੱਖ? ਕਿਉਂਕਿ ਜਿਵੇਂ ਹੁਣ ਕਈ ਕੁਦਰਤੀ ਖੇਤੀ ਤਾਂ ਕਿਤੇ ਕਿਤੇ ਮਿਲਦੀ ਹੈ ਨਾ, ਕੋਈ ਕਿਸਾਨ ਜਿਹੜਾ ਹੈ ਕਰਦਾ, ਤਾਂ ਜੇਕਰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਕੀ ਕੁਝ ਬੀਜਿਆ ਜਾਵੇ, ਉਹ ਚੀਜ਼ਾਂ ਦੀ ਜਾਣਕਾਰੀ ਜਿਹੜੀ ਆ ਉਹ ਕਿਵੇਂ ਇਕੱਤਰ ਕਰਦੇ ਹੋ? ਉਹਦੀ ਜਿਹੜੇ ਸ਼ੁਰੂਆਤੀ ਜਿਹੜਾ ਹੋਆ ਹੁਣ ਵੀ ਹੈ, ਸ਼ੁਰੂਆਤੀ ਨਹੀਂ, ਉਹ ਮੈਂ ਖੇਤੀ ਵਿਰਾਸਤ ਮਿਸ਼ਨ ਨਾਲ ਜੁੜਿਆ, ਉਹਨਾਂ ਨਾਲ ਟ੍ਰੇਨਿੰਗਾਂ ਵੀ ਬਾਹਰ ਲੱਗੀਆਂ। ਉਹ ਟ੍ਰੇਨਿੰਗਾਂ ਨਾਲ ਹੋਰ ਕਿਸਾਨਾਂ ਨਾਲ ਰਾਬਤੇ ਹੋ ਗਏ। ਹੁਣ ਪੰਜਾਬ ਪੱਧਰ 'ਤੇ ਤਾਂ ਸਾਡੇ ਰਾਬਤੇ ਹੈਗੀ ਆ ਹੈ ਨਾ, ਤਾਂ ਇੱਕ ਦੂਜੇ ਨਾਲ ਵੀ ਅਸੀਂ ਡਿਸਕਸ ਕਰ ਲੈਂਦੇ ਹਾਂ, ਇੱਕ ਦੂਜੇ ਦੇ ਖੇਤ ਵੀ ਜਾਂਦੇ ਹਾਂ। ਉੱਥੋਂ ਸਾਨੂੰ ਹੁਣ ਜੇ ਮੈਂ ਕਹਾਂ ਵੀ ਆਹ ਮੇਰੇ ਨਾਲ ਸਾਰਾ ਕੁਝ ਇਹ ਮੇਰੀ ਨਕਲੀ ਮਾਰੀ ਹੋਈ ਆ, ਉਹ ਇਹ ਆ ਵੀ ਕਿਤੋਂ ਉੱਥੋਂ ਆ ਉਹ ਚੰਗੀ ਚੀਜ਼ ਚੰਗੀ ਲੱਗੀ ਉਹ ਚੱਕ ਲਈਏ ਤੇ ਰਲਾ ਮਿਲਾ ਕੇ ਕੱਡ ਮਾਡਲ ਬਣ ਗਿਆ। ਹੋਰ ਕੋਈ ਇਹ ਉਹ ਨਹੀਂ ਹੈਗੀ, ਆਪ ਦੀ ਕੋਈ ਕਾਢ ਨਹੀਂ ਹੈਗੀ। ਦੇਖ ਕੀ ਆ ਲੋਕਾਂ ਦਾ ਵੀ ਆਹ ਐਂ ਹੋ ਸਕਦਾ, ਤੇ ਉਹ ਇਦਾਂ ਹੀ ਜਿਵੇਂ ਗਿਆਨ ਹੀ ਵੱਧਦਾ ਹੈਗਾ। ਬਾਕੀ ਕਰ ਰਹੇ ਆ ਇੱਥੇ ਹਨਾ ਰੋਜ਼ ਦਾ। ਅੱਛਾ, ਇੱਕ ਚੀਜ਼ ਹੋਰ ਦੱਸਿਓ, ਅਕਸਰ ਗੱਲ ਤਾਂ ਹੋ ਜਾਂਦੀ ਹੈ, ਕਹਿੰਦੇ ਖੇਤੀ ਢਾਂਚਾ ਤਬਦੀਲ ਕਰਨਾ, ਕਿਸਾਨ ਹੀ ਆਪਸ ਦੇ ਵਿੱਚ ਕਈ ਵਾਰ ਗੱਲਾਂ ਬਾਤਾਂ ਕਰਦੇ ਕਿ ਯਾਰ ਖੇਤੀ ਢਾਂਚਾ ਤਬਦੀਲ ਕਰਨ ਦੀ ਜ਼ਰੂਰਤ ਆ, ਜਾਂ ਅਸੀਂ ਵੱਡੇ ਵੱਡੇ ਚੈਨਲਾਂ 'ਤੇ ਸੁਣਦੇ ਹਾਂ ਖੇਤੀ ਢਾਂਚਾ ਤਬਦੀਲ ਕਰਨ ਦੀ ਜ਼ਰੂਰਤ ਆ। ਤੁਹਾਨੂੰ ਲੱਗਦਾ, ਹੁਣ ਅਸੀਂ ਵੀ ਅਕਸਰ ਕਿਸਾਨਾਂ ਦੇ ਵਿੱਚ ਰਹਿੰਦੇ ਹਾਂ, ਕਿ ਖੇਤੀ ਢਾਂਚਾ ਮਤਲਬ ਉਸ ਮਾਡਲ ਨੂੰ ਛੱਡ ਕੇ ਇਸ ਮਾਡਲ ਵੱਲ ਕਿਸਾਨ ਆਉਣਗੇ? ਆਉਣਾ ਤਾਂ ਚਾਹੀਦਾ, ਉਹ ਤਾਂ ਗੱਲ ਵੱਖਰੀ, ਉਹ ਵਿਸ਼ਾ ਵੱਖਰਾ, ਵੱਡੀ ਗੱਲ ਆਉਣਗੇ। ਹਾਲ ਦੀ ਘੜੀ ਮੁਸ਼ਕਿਲ ਲੱਗਦਾ, ਪਰ ਆਪਾਂ ਜਿਵੇਂ ਕਹਿੰਦੇ ਜੀਵੇ ਆਸਾਂ ਮਰੇ ਨਰਾਸਾ, ਆਪਾਂ ਆਸ ਕਰ ਸਕਦੇ ਹਾਂ ਵੀ ਯਾਰ ਆਉਣ, ਜਲਦੀ ਆਉਣ, ਛੇਤੀ ਇਹ ਸਿਸਟਮ ਸਹੀ ਹੋਵੇ। ਪਰ ਹਾਲ ਦੀ ਘੜੀ ਲੱਗ ਰਿਹਾ ਕਿ ਇਹ ਸਿਸਟਮ ਬਹੁਤ ਸਲੋ ਆ। ਈਵਨ ਸਾਡੇ ਮੈਂ ਦੇਖਿਆ ਵੀ ਆਰਗੈਨਿਕ ਦੇ 4 ਕਿਸਾਨ ਆਉਂਦੇ ਨੇ, 2 ਹਟ ਜਾਂਦੇ ਨੇ। ਅੱਛਾ ਜੀ, ਠੀਕ ਹੈ, ਕਦੇ ਘਰੋਂ ਪ੍ਰੋਬਲਮ, ਕਦੇ ਉਹਨਾਂ ਦਾ ਯਾਰ ਪੈਸੇ ਘੱਟ ਮਿਲ ਰਹੇ ਨੇ, 2 ਹਟ ਜਾਂਦੇ ਨੇ, ਪੂਰੇ ਸਿਸਟਮ ਨੂੰ ਨਹੀਂ ਸਮਝਦੇ। ਸੋ ਹਲੇ ਮੈਨੂੰ ਇਹ ਸਲੋ ਲੱਗ ਰਿਹਾ ਪੱਖ। ਅੱਛਾ, ਮਤਲਬ ਜੇਕਰ ਕੋਈ ਕਿਸਾਨ ਇੱਧਰ ਆਉਣਾ ਆਉਂਦਾ ਤਾਂ ਉਹਨੂੰ ਕਿੰਨਾ ਸਮਾਂ, ਜਦੋਂ ਹੁਣ ਤੁਸੀਂ ਹੋ, ਤੁਸੀਂ ਕਿੰਨਾ ਸਮਾਂ ਅਗਲੇ ਨੂੰ ਦੱਸ ਦਿਓ ਕਿ ਭਾਈ ਤੈਨੂੰ ਇੰਨਾ ਸਮਾਂ ਤਾਂ ਆਪਣਾ ਇਨਵੈਸਟ ਇਸ ਚੀਜ਼ ਦੇ ਵਿੱਚ ਕਰਨਾ ਪੈਣਾ, ਉਸ ਤੋਂ ਬਾਅਦ ਜਾ ਕੇ ਤੈਨੂੰ ਜਿਹੜਾ ਤੇਰਾ ਪ੍ਰੋਫਿਟ ਜਾਂ ਤੈਨੂੰ ਆਊਟਪੁੱਟ ਮਿਲਣੀ ਸ਼ੁਰੂ ਹੋਣੀ ਆ? ਦੇਖੋ ਹੁਣ ਤਾਂ ਮੈਂ ਤਾਂ ਦੇਖੋ ਸਾਰੀ ਖੇਤੀ ਤੋਂ ਸ਼ੁਰੂ ਕੀਤਾ ਸੀ, ਪਰ ਮੈਂ ਹੁਣ ਕਹਿਣ ਲੱਗ ਗਿਆ ਅਗਲੇ ਨੂੰ ਵੀ ਥੋੜ੍ਹੇ ਤੋਂ ਸ਼ੁਰੂ ਕਰੋ, ਚਾਹੇ ਅੱਧੀ ਕਨਾਲ ਤੋਂ ਕਰ ਲਓ, ਛੋਟੇ ਜਿਹੇ ਪਲਾਟ ਤੋਂ ਸ਼ੁਰੂ ਕਰ ਲਓ, ਸਿੱਖੋ ਤੇ ਵਧਾਓ। ਅਸਲ 'ਚ ਇਹ ਖੇਤੀ ਜਿਵੇਂ ਦੂਜੀ ਖੇਤੀ ਆ, ਦੂਜੀ ਖੇਤੀ ਤਾਂ ਕਿਤਾਬਾਂ ਪਈਆਂ ਨੇ, ਗੁਆਂਢੀਆਂ ਨੂੰ ਦੇਖੋ ਹੋ ਗਈ, ਇਹ 'ਚ ਤੁਸੀਂ ਇਕੱਲੇ ਹੋ, ਤੁਸੀਂ ਸਿੱਖਣਾ ਹੈ। ਹਰੇਕ ਖੇਤ, ਅੱਛਾ ਹਰੇਕ ਖੇਤ ਵੱਖਰਾ ਹੈ, ਜੋ ਮੇਰੇ ਖੇਤ 'ਚ ਹੋ ਰਿਹਾ ਜ਼ਰੂਰੀ ਨਹੀਂ ਗੁਆਂਢੀ ਦੇ ਖੇਤ 'ਚ ਵੀ ਉਵੇਂ ਸੇਮ ਹੋਵੇ, ਠੀਕ ਹੈ। ਇਹ ਵੱਖਰਾ ਸਾਰਾ ਕੁਝ, ਜਿਵੇਂ ਬੰਦੇ ਵੱਖਰੇ ਆ ਉਵੇਂ ਖੇਤੀ ਵੱਖਰੀ ਆ। ਤੇ ਉਹ ਇਹ ਮੈਂ ਤਾਂ ਹੁਣ ਇਹ ਕਹਿਣ ਲੱਗ ਗਿਆ ਵੀ ਆਪਦੇ ਚਾਹੇ ਇੱਕ ਮਰਲੇ ਦੇ ਪਲਾਟ ਤੋਂ ਸ਼ੁਰੂ ਕਰ ਲਓ, ਸਿੱਖੋ, ਹੌਲੀ ਹੌਲੀ ਵਧਾਓ, ਠੀਕ ਹੈ। ਉਹਨੂੰ ਫਿਰ ਤੁਹਾਨੂੰ ਸਮੱਸਿਆਵਾਂ ਘੱਟ ਆਉਣਗੀਆਂ। ਅੱਛਾ, ਇੱਕ ਚੀਜ਼ ਹੋਰ ਦੱਸਿਓ ਬਾਈ, ਮਤਲਬ ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਆਲਾ ਦੁਆਲਾ ਸਿਹਤਮੰਦ ਹੋਵੇ, ਹੈ ਨਾ, ਅਸੀਂ ਆਪਣੇ ਘਰ ਨੂੰ ਪਹਿਲਾਂ ਸਿਹਤਮੰਦ ਕਰਾਂਗੇ, ਸਾਡਾ ਘਰ ਸਿਹਤਮੰਦ ਹੋਵੇ, ਤਾਂ ਤੁਹਾਨੂੰ ਕੀ ਲੱਗਦਾ ਕਿ ਕਿਸਾਨੀ ਨੂੰ ਸਾਡੇ ਨੂੰ ਇੱਧਰ ਆਉਣਾ ਚਾਹੀਦਾ ਆ? ਬਿਲਕੁਲ, ਇਹਦੇ ਬਿਨਾਂ ਸਰਨਾ ਹੀ ਨਹੀਂ। ਹੁਣ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ, ਮੈਂ ਉੱਥੇ ਕਾਫੀ ਟਾਈਮ ਲਾਇਆ, ਪਹਿਲਾਂ 2 ਮਹੀਨੇ, ਹੁਣ ਵੀ ਜਾਂਦੇ ਰਹਿੰਦੇ ਹਾਂ, ਹੈ ਨਾ। ਅਕਸਰ ਉੱਥੇ ਲੋਕਾਂ ਨਾਲ ਗੱਲਾਂ ਹੁੰਦੀਆਂ ਨੇ, ਤੇ ਮੈਂ ਇੱਕ ਦਿਨ ਸੋਚਦੇ 7 ਪੁਆਇੰਟ ਕੱਢੇ, ਠੀਕ ਹੈ ਜੀ। ਸਾਡੀ ਖੇਤੀ, ਅਸੀਂ ਕਹਿੰਦੇ ਸਾਡੀ ਖੇਤੀ ਆ ਇਹ, ਠੀਕ ਹੈ ਜੀ। ਅਤੇ ਸਾਡੀ ਖੇਤੀ ਅਸੀਂ ਲੜ ਰਹੇ ਹਾਂ ਕਾਰਪੋਰੇਟ ਨਾਲ, ਅੰਬਾਨੀ ਅਡਾਨੀਆਂ ਨਾਲ ਜਾਂ ਵੱਡੀਆਂ ਕੰਪਨੀਆਂ ਨਾਲ ਲੜ ਰਹੇ ਹਾਂ ਕਾਰਪੋਰੇਟ ਨਾਲ। ਅਤੇ 7 ਪੁਆਇੰਟ ਨੇ, ਥੋੜ੍ਹਾ 2 ਮਿੰਟ ਲੱਗ ਜਾਣਗੇ, ਪਰ ਤੁਸੀਂ ਇੱਕ ਚੀਜ਼ ਦੇਖੋ, ਸਾਡੀ ਜ਼ਿੰਦਗੀ ਦੀ ਜਾਂ ਸਾਡੀ ਖੇਤੀ ਦੀਆਂ 7 ਗੱਲਾਂ ਮੰਨਦੇ ਹਾਂ। ਪਹਿਲੀ ਚੀਜ਼ ਜ਼ਮੀਨ, ਠੀਕ ਹੈ, ਖੇਤੀ ਨੇ ਬੀਜ, ਪਹਿਲਾਂ ਬੀਜ ਤੋਂ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਦੇਸੀ ਬੀਜ ਜਿਹੜੇ ਅਸੀਂ ਹਰੇਕ ਸਾਲ ਆਪਦੇ ਰੱਖ ਸਕੀਏ ਲਗਭਗ ਹੈ ਨਹੀਂ ਗੇ, 99% ਹੈ ਨਹੀਂ ਗੇ, ਅਸੀਂ ਸਾਰੇ ਮੁੱਲ ਦੇ ਲੈਂਦੇ ਹਾਂ। ਸੋ ਜਿਹੜੀਆਂ ਸਿੰਜੈਂਟਾ, ਡਿਊ ਪੁਆਇੰਟ ਕੌਣ ਨੇ? ਇਹ ਕਾਰਪੋਰੇਟ ਨੇ, ਠੀਕ ਹੈ ਜੀ। ਦੂਜੀ ਚੀਜ਼ ਚਾਹੀਦਾ ਸਾਨੂੰ ਜ਼ਮੀਨ, ਜ਼ਮੀਨ ਸਾਡੀ ਹੋ ਗਈ ਅਮਲੀ, ਸਾਨੂੰ DAP ਚਾਹੀਦਾ, ਯੂਰੀਆ ਚਾਹੀਦਾ, ਠੀਕ ਹੈ ਜੀ, ਪੋਟਾਸ਼ ਚਾਹੀਦੀ ਆ, ਹੋਰ ਜਿੰਨੀਆਂ ਕੈਮੀਕਲ ਵਾਲੀਆਂ ਉਹ ਨੇ, ਉਹਦੇ ਵਿੱਚੋਂ 70% ਵਿਦੇਸ਼ੀ ਨੇ, ਕਾਰਪੋਰੇਟ ਨੇ, ਚਾਹੇ ਇੱਧਰਲੇ ਦੇਸੀ ਹੋਣ ਉਹ ਵੀ ਕਾਰਪੋਰੇਟ ਨੇ, ਠੀਕ ਹੈ ਜੀ। ਯੂਰੀਆ ਡਾਇਆ ਵੀ ਕਾਰਪੋਰੇਟ ਨੇ ਪੈਦਾ ਕਰਨਾ। ਤੀਜੀ ਚੀਜ਼ ਪਾਣੀ, ਪਾਣੀ ਅਸੀਂ ਸਾਰਾ ਟਿਊਬਵੈੱਲ 'ਤੇ ਹੋ ਗਏ, ਠੀਕ ਹੈ ਜੀ। ਟਿਊਬਵੈੱਲ ਚੱਲੂ ਬਿਜਲੀ ਨਾਲ, ਬਿਜਲੀ ਪੰਜਾਬ 'ਚ 70% ਰਿਲਾਇੰਸ ਦੀ ਹੈ ਜਾਂ ਟਾਟਾ ਦੀ ਹੈ, ਉਹ ਵੀ ਕਾਰਪੋਰੇਟ ਦੀ ਹੈ।
ਚੌਥੀ ਚੀਜ਼ ਤੁਸੀਂ ਆ ਜਾਓ ਸਿਹਤ ਤੇ, ਠੀਕ ਹੈ ਜੀ। ਸਿਹਤ ਅਸੀਂ ਆਪਦੀ ਸਾਰਾ ਨਾ ਤਾਂ ਅਸੀਂ ਮਿਹਨਤ ਛੱਡ ਗਏ, ਠੀਕ ਹੈ ਜੀ। ਖੁਰਾਕ ਸਾਡੀ ਮਾੜੀ ਹੋ ਗਈ। ਸਿਹਤ ਨੂੰ ਅਸੀਂ ਕਿੱਥੇ ਖਰੀਦਣ ਜਾਂਦੇ ਹਾਂ? ਹਸਪਤਾਲਾਂ 'ਚ। ਜਿੰਨੀਆਂ ਕੰਪਨੀਆਂ ਚੱਕ ਲਓ, ਚਾਹੇ ਉਹ ਨਵਾਰਟਿਸ ਹੈ, ਚਾਹੇ ਉਹ ਕੋਈ ਹੈ, ਸਾਰੀਆਂ ਕਾਰਪੋਰੇਟ ਨੇ। ਮਿਹਨਤ, ਜਿਹੜੀ ਮਿਹਨਤ ਅਸੀਂ ਕਰਨੀ ਸੀ ਉਹ ਮਿਹਨਤ ਕਰਨ ਲੱਗੇ ਟਰੈਕਟਰ, ਅਤੇ ਟਰੈਕਟਰ ਇਹ ਸਵਰਾਜ, ਜੌਨ ਡੀਅਰ, ਇਹ ਹਾਲੈਂਡ ਕਿਹਨਾਂ ਦੇ ਨੇ? ਕਾਰਪੋਰੇਟਾਂ ਦੇ ਜੀ, ਠੀਕ ਹੈ ਜੀ। ਖੁਰਾਕ ਤੁਸੀਂ ਅੱਜ ਦੇਖੋ, ਸਾਡਾ ਛੋਟਾ ਜਿਹਾ ਸ਼ਹਿਰ ਆ ਬਰਨਾਲਾ, ਇੱਥੇ ਵੀ ਮੈਨੂੰ ਇਹ ਲੱਗਦਾ ਕਿ ਜਿਹੜਾ ਇੰਡਸਟਰੀਅਲ ਫੂਡ ਆ ਉਹਦੀ ਇੰਨੀ ਜ਼ਿਆਦਾ ਖਪਤ ਹੈ, ਚਾਹੇ ਚਿਪਸ ਕੁਰਕਰੇ ਨੇ ਜਾਂ ਫਰੋਜ਼ਨ ਫੂਡ ਆ ਰਿਹਾ, ਠੀਕ ਹੈ ਜੀ। ਫਰੈਸ਼ ਫੂਡ ਘਟਦਾ ਜਾ ਰਿਹਾ, ਸਾਰਾ ਇੰਡਸਟਰੀਅਲ ਫੂਡ ਹੋ ਰਿਹਾ, ਉਹ ਵੀ ਕਾਰਪੋਰੇਟਾਂ ਦੇ ਹੱਥ 'ਚ ਹੈ ਜੀ। ਆਖਰੀ ਜੀ 7ਵੀਂ ਲਾ ਲਓ, ਪੈਸਾ ਅੱਜ ਕਿਸਾਨ ਕੋਲੇ ਕਿੱਥੋਂ ਆਉਂਦਾ? ਬੈਂਕ 'ਚੋਂ, ਲਿਮਟਾਂ 'ਚੋਂ, ਕਾਰਪੋਰੇਟ ਬੈਂਕਾਂ 'ਚੋਂ, ਕਿਤੋਂ ਵੀ ਆ ਰਿਹਾ। ਉਹ ਸਾਰੇ ਬੈਂਕ ਸਰਕਾਰੀ ਨੇ ਜਾਂ ਗੈਰ ਸਰਕਾਰੀ ਨੇ? ਗੈਰ ਸਰਕਾਰੀ ਕਾਰਪੋਰੇਟਾਂ ਦੇ ਨੇ, ਸਰਕਾਰੀ ਸਰਕਾਰ ਦੇ, ਸਰਕਾਰ ਕਾਰਪੋਰੇਟਾਂ ਦੀ। ਤੇ ਹੁਣ ਮੈਨੂੰ ਇਹ ਦੱਸੋ ਵੀ ਅਸੀਂ ਇੱਕ ਸਿਸਟਮ ਦੇ ਖਿਲਾਫ ਲੜ ਰਹੇ ਹਾਂ, ਕਾਰਪੋਰੇਟਾਂ ਦੇ, ਪਰ ਸਾਡਾ ਸਾਰਾ ਜ਼ੋਰ ਕਾਰਪੋਰੇਟ ਨੂੰ ਹੀ ਖਵਾਉਣ ਤੇ ਲੱਗਿਆ ਹੋਇਆ। ਸਾਡੀ ਤੁਸੀਂ ਦੇਖੋ ਨਾ, 7 ਚੀਜ਼ਾਂ ਗਿਣ ਲਓ, ਹੋਰ ਵੀ ਹੋਣਗੀਆਂ, 7 ਮੇਰੇ ਦਿਮਾਗ 'ਚ ਆਈਆਂ। ਇਹ 7 ਚੀਜ਼ਾਂ ਦੀ ਸਾਰੀ ਕਮਾਈ ਆਪਦੀ ਜ਼ਿੰਦਗੀ ਦੀ ਅਸੀਂ ਇਹ 7 ਚੀਜ਼ਾਂ ਨੂੰ ਚਾਰ ਰਹੇ ਹਾਂ, ਠੀਕ ਹੈ ਜੀ। ਤੇ 7 ਚੀਜ਼ਾਂ ਉਹ ਸਾਰੀਆਂ ਕਾਰਪੋਰੇਟ ਦੇ ਹੱਥ 'ਚ ਨੇ। ਫਿਰ ਅਸੀਂ ਕਿਵੇਂ ਕਹਿੰਦੇ ਵੀ ਸਾਮਰਾਜਵਾਦ ਮੁਰਦਾਬਾਦ? ਮੁਰਦਾਬਾਦ ਹੋ ਹੀ ਨਹੀਂ ਸਕਦਾ। ਸਾਡੀ ਕਮਾਈ ਤਾਂ ਉਹੀ ਲੈ ਕੇ ਜਾ ਰਿਹਾ, ਅਸੀਂ ਤਾਂ ਸੀਰ ਹੀ ਆ ਉਹਨਾਂ ਦੇ। ਫਿਰ ਉਹ ਕਿਵੇਂ ਸਾਡੇ ਥੱਲੇ ਕਿਵੇਂ ਆਉਣਗੇ? ਉਹ ਅਸੀਂ ਕਹਿੰਦੇ ਵੀ ਉਹਨਾਂ ਨੂੰ ਅਸੀਂ ਦੱਬ ਲਾਂਗੇ, ਠੀਕ ਹੈ ਜੀ। ਇਹ ਸਾਨੂੰ ਸੋਚਣੀਆਂ ਪੈਣਗੀਆਂ ਗੱਲਾਂ। ਸਹੀ ਹੈ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਿਵੇਂ ਹੁਣ ਇੱਥੇ ਤੁਸੀਂ ਹਲਦੀ ਦੀ ਜਿਹੜੀ ਫਸਲ ਹੈ, ਇਹਨੂੰ ਜਿੱਦਾਂ ਹੁਣ ਪਾਣੀ ਦੀ ਗੱਲ ਤੁਸੀਂ ਖੁਦ ਹੀ ਕੀਤੀ, ਫਿਰ ਪਾਣੀ ਦੇ ਜਿੱਦਾਂ ਇਹਨੂੰ ਪੂਰਤੀ ਕਰਨੀ ਹੈ ਇਸ ਫਸਲ ਨੂੰ, ਉਹ ਕਿਵੇਂ ਕਰਦੇ ਹੋ? ਵੈਸੇ ਪਾਣੀ ਦੀ ਅਸੀਂ ਪਾਈਪਲਾਈਨ 'ਚ ਰੱਖੀ ਹੋਈ ਆ, ਪਰ ਪਾਣੀ ਦੀ ਸਾਨੂੰ ਸਿਰਫ 2 ਮਹੀਨੇ ਲੋੜ ਰਹਿੰਦੀ ਆ, ਮਈ ਜੂਨ। ਜਦੋਂ ਬਰਸਾਤਾਂ ਸ਼ੁਰੂ ਹੋ ਜਾਂਦੀਆਂ ਉਦੋਂ ਬਾਅਦ ਸਾਨੂੰ ਇਹ ਖੇਤ ਨੂੰ ਪਾਣੀ ਦੀ ਲੋੜ ਰਹਿੰਦੀ ਨਹੀਂ, ਬਿਲਕੁਲ ਵੀ ਨਹੀਂ ਲੋੜ ਰਹਿੰਦੀ। ਅੱਛਾ ਜੀ। ਮਤਲਬ ਉਦੋਂ ਬਾਅਦ ਅਸੀਂ ਪਾਣੀ ਲਾਉਂਦੇ ਹੀ ਨਹੀਂ। ਮਈ ਜੂਨ ਦੇ ਵਿੱਚ ਵੀ ਅੱਛਾ, ਜਿਵੇਂ ਇਹ ਜੰਗਲ ਹੁਣ ਡਿਵੈਲਪ ਹੋ ਰਿਹਾ, ਜਿਵੇਂ ਇਹਦੀ ਹੁਣ ਮਲਚਿੰਗ ਹੋਈ ਆ, ਹੋਰ ਮਲਚਿੰਗ ਕਰਾਂਗੇ ਐਤਕੀ, ਜੀਰੀ ਤੋਂ ਬਾਅਦ ਪਰਾਲੀ ਵਾਧੂ ਹੋ ਜਾਂਦੀ ਹੈ, ਤਾਂ ਅਗਲੇ 2-3 ਸਾਲਾਂ 'ਚ ਮੈਨੂੰ ਉਮੀਦ ਆ ਵੀ ਇਹਨੂੰ ਪਾਣੀ ਦੀ ਲੋੜ ਹੀ ਖਤਮ ਹੋ ਜੂ। ਇਹ ਮੀਂਹ ਦੇ ਪਾਣੀ ਨਾਲ ਹੀ ਸਰਵਾਈਵ ਕਰੂਗਾ। ਅੱਛਾ, ਇੱਕ ਚੀਜ਼ ਹੋਰ ਦੱਸੋ, ਜਿਹੜੀ ਹੁਣ ਜਿੱਦਾਂ ਲੇਬਰ ਦੇ ਖਰਚੇ ਦਾ ਕਿੰਨਾ ਕੁ ਫਰਕ ਆ ਇਸ ਖੇਤੀਬਾੜੀ ਦੇ ਵਿੱਚ? ਇਸ ਖੇਤੀ 'ਚ ਤੁਹਾਨੂੰ ਮੈਂ ਦੱਸਿਆ ਵੀ ਪਹਿਲੀ ਵਾਰੀ ਦਾ ਜਦੋਂ ਅਸੀਂ ਬੂਟੇ ਲਾਉਣੇ ਆ, ਇੱਕ ਤਾਂ ਉਹ ਲੇਬਰ ਹੈ। ਅੱਛਾ ਜੀ। ਠੀਕ ਹੈ ਜੀ, ਹੋਰ ਕੋਈ ਖਾਸ ਲੇਬਰ ਨਹੀਂ। ਮੇਨਟੇਨਿੰਗ ਆ, ਜੇ ਤੁਸੀਂ ਮੈਨੂੰ ਇਹ ਲੱਗਦਾ ਵੀ 1 ਕਿੱਲੇ 'ਚ ਮੈਂ ਰੋਜ਼ ਦੀ ਐਵਰੇਜ 20 ਮਿੰਟ ਵੀ ਲਾ ਲਾਂ, ਇਹਦੇ 'ਚ ਹੋਰ ਮੈਂ ਕੀ ਕਰਨਾ ਜੀ? ਤਾਂ ਇਦੋਂ ਵੱਧ ਐਵਰੇਜ ਨਹੀਂ ਪੈਂਦੀ। ਦੂਜੀ ਹਾਰਵੈਸਟ ਆ, ਹਾਰਵੈਸਟ ਨੂੰ ਅਸੀਂ ਸੌਖੇ ਤੋਂ ਸੌਖਾ ਬਣਾ ਰਹੇ ਹਾਂ। ਹੁਣ ਹਲਦੀ ਹੈ, ਹਲਦੀ ਦਾ ਸਾਡਾ ਕੀ ਸਿਸਟਮ, ਇਹ ਦਸੰਬਰ 'ਚ ਪੀਲੀ ਪੈਣ ਲੱਗ ਜਾਂਦੀ ਹੈ। ਅਸੀਂ ਦਸੰਬਰ ਐਂਡ ਜਨਵਰੀ ਸ਼ੁਰੂਆਤ 'ਚ ਪੱਟਣੀ ਆ। ਜਦੋਂ ਅਸੀਂ ਇਹਨੂੰ ਪੱਟਾਂਗੇ, ਜਿੱਥੇ ਟੱਕ ਮਾਰਦੇ ਆ, ਉਹ ਥੱਲਿਓਂ ਸਾਰਾ ਨਿਕਲਿਆ, ਉਹਦੇ ਵਿੱਚ ਇੱਕ ਸੈਂਟਰ ਵਾਲੀ ਜੜ ਹੁੰਦੀ ਆ, ਜਿਹਦੇ ਜੜਾਂ ਹੁੰਦੀਆਂ ਨੇ, ਉਹਨੂੰ ਅਸੀਂ ਬੀ ਮੰਨ ਲੈਂਦੇ ਹਾਂ। ਅਸੀਂ ਬਾਕੀ ਤੋੜ ਕੇ ਕਰੇਟ 'ਚ ਉਹ ਬੀ ਨੂੰ ਉਸੇ ਟੋਚ ਰੱਖ ਕੇ ਗਾਹਾਂ ਤੁਰ ਪੈਣਾ। ਨਾਲ ਹੀ ਮਿੱਟੀ ਪੈ ਗਈ, ਚਲੋ ਗੱਲ ਖਤਮ। ਉਹ ਪੱਟੀ ਵੀ ਗਈ, ਬੀਜੀ ਵੀ ਗਈ। ਇੱਕ ਵਾਰੀ ਜੀ ਕੰਮ ਨਿਬੜ ਗਿਆ। ਅੱਛਾ, ਇੱਕ ਤਾਂ ਚਲੋ ਹਲਦੀ ਆ ਮੰਨ ਲਈਏ, ਹੋਰ ਬਾਈ ਜੀ ਇਦਾਂ ਦੀਆਂ ਫਸਲਾਂ ਕਿਹੜੀਆਂ ਜਿਹੜੀਆਂ ਤੁਸੀਂ ਇਸ ਖੇਤ ਦੇ ਵਿੱਚੋਂ ਲੈ ਰਹੇ ਹੋ, ਵੀ ਜਿਨ੍ਹਾਂ ਦੀ ਕਈ ਵਾਰੀ ਹੁੰਦਾ ਨਹੀਂ ਯਾਰ ਕਿ ਅਸੀਂ ਕੁਦਰਤੀ ਖੇਤੀ ਕਰਦੇ ਹਾਂ, ਸ਼ਾਇਦ ਸਾਡੇ ਤੋਂ ਡਿਮਾਂਡ ਪੂਰੀ ਨਹੀਂ ਹੋ ਰਹੀ? ਇਹਦੇ ਵਿੱਚ ਦੇਖੋ, ਅਸਲ ਤਾਂ ਮੇਨ ਤਾਂ ਉਸ ਹਿਸਾਬ ਨਾਲ ਤਾਂ ਹਲਦੀ ਹੋਈ ਜੀ, ਜਿਹਦੀ ਡਿਮਾਂਡ ਬਹੁਤ ਜ਼ਿਆਦਾ ਆ। ਬਾਕੀ ਫਰੂਟਸ ਨੇ ਜਿਹੜੇ ਸਾਡੇ ਕੋਲ ਫਲ ਨੇ, ਠੀਕ ਹੈ, ਕਿਉਂਕਿ ਇੱਥੇ ਥੋੜ੍ਹੇ ਫਲ ਉਹੀ ਨੇ ਵੀ 2-2 4-4 ਬੂਟੇ ਨੇ, ਅਤੇ ਸਾਡੀ ਜਿਹੜੀ ਆਰਗੈਨਿਕ ਦੀ ਡਿਮਾਂਡ ਹੈ ਉਹ ਫਲਾਂ ਦੀ। ਐਤਕੀ ਅਸੀਂ ਥੋੜ੍ਹੇ ਸਬਜ਼ੀ ਲਾਈ ਸੀ, ਚੌਲੇ ਕਾਮਯਾਬ ਹੋਏ ਨੇ, ਉਹ 'ਚ ਕੱਦੂ ਹੋ ਗਏ, ਤੋਰੀਆਂ ਵੀ ਹੋ ਜਾਂਦੀਆਂ ਨੇ ਕਾਮਯਾਬ, ਠੀਕ ਹੈ ਜੀ। ਉਹ ਚੀਜ਼ਾਂ ਅਸੀਂ ਦੇਖ ਰਹੇ ਹਾਂ ਵੀ ਕੀ ਕਾਮਯਾਬ ਹੋ ਰਹੀਆਂ ਨੇ। ਗੰਨੇ ਦੀ ਕੋਸ਼ਿਸ਼ ਇਹਦੇ ਵਿੱਚ? ਹਾਂ, ਗੰਨਾ ਤਾਂ ਮੈਂ ਐਤਕੀ ਪਹਿਲਾਂ ਥੋੜ੍ਹਾ ਜਿਹਾ ਲਾਇਆ ਸੀਗਾ, ਪਰ ਐਤਕੀ ਹੁਣ ਇਹ 'ਚ ਮੈਂ ਗੰਨਾ ਵਧਾ ਰਿਹਾ ਗਾ। ਗੰਨੇ ਨੂੰ ਜੰਗਲੀ ਤੌਰ 'ਤੇ ਪੈਦਾ ਕਰਨ ਦਾ ਮੈਂ ਹੁਣ 1-2 ਸਾਲ ਉਹ 'ਤੇ ਜ਼ੋਰ ਲਾਉਣਾ। ਅੱਛਾ ਜੀ। ਹਾਂਜੀ, ਗੰਨਾ ਹੋ ਗਿਆ ਤਾਂ ਫਿਰ ਤਾਂ ਬਿਲਕੁਲ ਹੀ ਆਨੰਦ ਹੈ, ਫਿਰ ਤਾਂ ਕੋਈ ਮਸਲਾ ਹੀ ਨਹੀਂ। ਅੱਛਾ, ਇਦੋਂ ਪਹਿਲਾਂ ਤੁਸੀਂ ਲਾ ਕੇ ਇਸ ਦੇ ਵਿੱਚ ਦੇਖਿਆ? ਥੋੜ੍ਹਾ ਲੱਗਿਆ ਹੋਇਆ ਜੀ, ਪਿੱਛੇ ਥੋੜ੍ਹਾ ਲੱਗਿਆ, ਫਟਾਰਾ ਵਧੀਆ ਕੀਤਾ ਹੋਇਆ ਉਹਦਾ, ਪਰ ਹੁਣ ਮੈਂ ਇਹਦੇ 'ਚ ਇਹਨੂੰ ਕਵਰ ਕਰਨਾ ਗੰਨੇ ਨਾਲ ਜ਼ਿਆਦਾ ਨਾ। ਤੇ ਫਿਰ ਇਹਦੀ ਤਾਂ ਗੁੜ ਦੀ ਸ਼ੱਕਰ ਦੀ ਡਿਮਾਂਡ ਵੀ ਜ਼ਿਆਦਾ ਹੋਣੀ ਹੈ? ਬਹੁਤ ਜ਼ਿਆਦਾ ਜੀ, ਸਾਤੋਂ ਪੂਰੀ ਨਹੀਂ ਹੁੰਦੀ। ਗੁੜ ਸ਼ੱਕਰ ਦੀ ਇੰਨੀ ਡਿਮਾਂਡ ਆਈ, ਜੇ ਅਸੀਂ ਸਾਰਾ ਖੇਤ ਵੀ ਗੁੜ ਸ਼ੱਕਰ ਥੱਲੇ ਲੈ ਆਈਏ ਤਾਂ ਵੀ ਨਹੀਂ ਪੂਰਾ ਹੁੰਦਾ ਸਾਰੇ ਸਾਲ ਦੀ। ਅੱਛਾ, ਜੇ ਮੈਂ ਕੁੱਲ ਮਿਲਾ ਕੇ ਕਿਸਾਨੀ ਨੂੰ ਗੱਲ ਕਰਾਂ, ਵੀ ਜੇਕਰ ਬਾਈ ਨੇ ਕਿਸਾਨੀ ਨੂੰ ਸੁਨੇਹਾ ਦੇਣਾ, ਕਿਉਂਕਿ ਜਿਹੜਾ ਬੰਦਾ 10 ਸਾਲ ਇਸ ਚੀਜ਼ ਨੂੰ, ਕਿਉਂਕਿ ਜੇਕਰ ਕਿਸੇ ਨੇ ਛੱਡਣੀ ਹੁੰਦੀ ਆ, ਜਿਵੇਂ ਤੁਸੀਂ ਦੱਸਿਆ ਕਿ ਉਹ ਤਾਂ ਮੈਨੂੰ ਤਾਂ ਸਾਲ 1.5 ਸਾਲ ਦੇ ਵਿੱਚ ਆਪਦੇ ਹੱਥ ਖੜੇ ਕਰ ਦਿੰਦਾ, ਮੈਨੂੰ ਭਾਈ ਪੈਸੇ ਘੱਟ ਬਚਦੇ ਆ, ਜਾਂ 100 ਬਹਾਨੇ ਜਿਹੜੇ ਆ ਉਹ ਲਾਉਣ ਦਾ। ਖਾਸ ਕਰ ਉਹ ਕਿਸਾਨੀ ਨੂੰ ਕਹਿਣਾ ਕੀ ਚਾਹੋਗੇ ਜਿਹੜੀ ਕਿਸਾਨੀ ਚਾਹੁੰਦੀ ਤਾਂ ਹੈ ਆਉਣਾ, ਪਰ ਉਹਨੂੰ ਰਾਹ ਨਹੀਂ ਕੋਈ ਮਿਲ ਰਿਹਾ, ਉਹਨੂੰ ਰਸਤਾ ਨਹੀਂ ਕੋਈ ਮਿਲ ਰਿਹਾ? ਵੈਸੇ ਤਾਂ ਆਪਾਂ ਸਾਰੀਆਂ ਗੱਲਾਂ ਕਰ ਹੀ ਲਈਆਂ, ਕਹਿਣ ਨੂੰ ਤਾਂ ਕੀ ਰਹਿ ਗਿਆ। ਪਰ ਰਸਤੇ ਵਾਲੀ ਗੱਲ ਤੇ ਮੈਂ ਦੱਸਦਾ ਵੀ ਜਦੋਂ ਹਾਲਾਤ ਇਹੋ ਜਿਹੇ ਮਾੜੇ ਹੋ ਜਾਣ, ਠੀਕ ਹੈ ਜੀ,
ਵੀ ਤੁਸੀਂ ਇੱਕ ਦੇਖੋ, ਆਪਾਂ ਪਹਿਲਾਂ ਰੇਹ ਸਪਰੇਅ ਦੀ ਗੱਲ ਕਰਦੇ ਸੀ, ਆਪਾਂ ਰੇਹਾਂ ਸਪਰੇਅ ਤੋਂ ਸ਼ੁਰੂ ਕਰ ਲੈਂਦੇ ਹਾਂ। ਰੇਹਾਂ ਸਪਰੇਹਾਂ ਵਾਲਾ ਖਾਣ ਵਾਲਾ ਤਾਂ ਸਭ ਤੋਂ ਅਖੀਰ ਤੇ ਆ ਗਿਆ, ਵੀ ਰੇਹ ਸਪਰੇਅ ਵਾਲੀ ਸਬਜ਼ੀ ਖਾਊਗਾ ਜਿਹੜਾ ਬੰਦਾ ਬਿਮਾਰ ਹੋਊਗਾ ਉਹ ਅਖੀਰ ਤੇ ਆ। ਸਭ ਤੋਂ ਪਹਿਲਾਂ ਰੇਹਾਂ ਸਪਰੇਆਂ 'ਚ ਬਿਮਾਰ ਉਹ ਹੁੰਦਾ ਜਿਹੜਾ ਉਹਨੂੰ ਪ੍ਰੋਡਿਊਸ ਕਰ ਰਿਹਾ। ਜਿੱਥੇ ਫੈਕਟਰੀ 'ਚ ਬਣਦੇ ਆ ਨਾ, ਉਹ ਮਜ਼ਦੂਰ ਉੱਥੇ ਕੰਮ ਕਰਨ ਵਾਲੇ, ਸਭ ਤੋਂ ਪਹਿਲਾਂ ਤਾਂ ਇਫੈਕਟ ਉਹਨਾਂ ਤੇ ਹੋਊਗਾ। ਦੂਜਾ ਇਫੈਕਟ ਹੋਊਗਾ ਦੁਕਾਨਦਾਰਾਂ ਜਿਨ੍ਹਾਂ ਇਹ ਥੋਕ ਗੋਦਾਮ 'ਚ ਪਈਆਂ ਨੇ ਤੇ 8 ਘੰਟੇ ਉਹ ਦੁਕਾਨ 'ਚ ਬਹਿੰਦੇ ਨੇ, ਉਹਦੇ ਜਿੰਨੇ ਫਿਊਮਸ ਨੇ ਜਾਂ ਜਿਹੜੀ ਉਹਦੀ ਉਹਨਾਂ ਤੇ ਅਸਰ। ਤੀਜਾ ਅਸਰ ਹੁੰਦਾ ਸਾਡੇ ਘਰੇ, ਜਦੋਂ ਅਸੀਂ ਲਿਆ ਕੇ ਗੱਟੇ ਆਪ ਦੇ ਗੋਦਾਮ ਚਲਾ ਲੈਂਦੇ, ਸਾਡੇ ਜਵਾਕ ਵੀ ਯੂਰੀ ਦੇ ਬੋਰੀਆਂ ਤੇ ਖੇਡਦੇ ਆ, ਠੀਕ ਹੈ ਜੀ। ਤੇ ਉਸੇ ਸਪਰੇਅ ਵਾਲੀ ਪੀਪੀ ਸਾਡੇ ਖੇਲ ਤੇ ਰੱਖੀ ਹੁੰਦੀ ਆ ਪਾਣੀ ਪੀਣ ਨੂੰ, ਠੀਕ ਹੈ ਜੀ। ਕਈ ਤਾਂ ਪੈਗ ਵੀ ਲਾ ਲੈਂਦੇ ਉਹ 'ਚ, ਉਹ ਤੇ ਅਸਰ ਹੋਊਗਾ। ਫਿਰ ਉਹ ਤੇ ਅਸਰ ਹੋਊਗਾ ਜਿਹੜਾ ਕਰ ਰਿਹਾ, ਫਿਰ ਜਾ ਕੇ ਖਾਣ ਵਾਲੇ ਤੇ ਅਸਰ ਹੋਊਗਾ, ਠੀਕ ਹੈ ਜੀ। ਹੁਣ ਤੁਸੀਂ ਇਹ ਗੱਲ ਸਮਝ ਲਓ ਵੀ ਇਸ ਜ਼ਹਿਰ ਤੋਂ ਕੋਈ ਬਚ ਨਹੀਂ ਸਕਦਾ। ਸੋ ਰਾਹ ਔਖਾ ਗਾ, ਪਰ ਹੋਰ ਰਾਹ ਹੈ ਨਹੀਂ ਗਾ। ਇਹੀ ਸਪਸ਼ਟ ਗੱਲ ਹੈ ਵੀ ਹੋਰ ਰਾਹ ਹੀ ਨਹੀਂ ਹੈਗਾ, ਇੱਕੋ ਹੀ ਰਾਹ ਗਾ। ਦੂਜੇ ਪਾਸੇ ਤਾਂ ਤੁਸੀਂ ਹੁਣ ਦੇਖ ਲਓ ਕੀ ਹੈ। ਅੱਛਾ ਬਾਈ ਜੀ, ਜਿਹੜੇ ਕਿਸਾਨ ਭਰਾ ਤੁਹਾਡੇ ਨਾਲ, ਕਿਸਾਨ ਵੀਰ ਰਾਬਤਾ ਕਰਨਾ ਚਾਹੁੰਦੇ ਉਹਨਾਂ ਨੂੰ ਜ਼ਰੂਰ ਆਪਣਾ ਜਿਹੜਾ ਸੰਪਰਕ ਨੰਬਰ ਜ਼ਰੂਰ ਮੈਂ ਚਾਹੂੰਗਾ ਕਿ ਦੱਸ ਦਿਓ। ਮੇਰਾ ਨੰਬਰ ਹੈ 9881 80780, 9881 80780। ਅੱਛਾ, ਇੱਕ ਐਡਰੈਸ ਆਪਣਾ ਜ਼ਰੂਰ ਦੱਸ ਦਿਓ। ਮੇਰਾ ਪਿੰਡ ਫਰਵਾਹੀ ਹੈ, ਸਾਡਾ ਇੱਥੇ ਬੋਰਡ ਲੱਗਿਆ ਹੋਇਆ, ਮੈਂ ਕਰਤਾਰ ਫਾਰਮਸ ਕਰਕੇ ਪਿੰਡ ਫਰਵਾਹੀ ਹੈ, ਤੇ ਰਵਦੀਪ ਸਿੰਘ ਨਾਮ, ਪਿੰਡ ਫਰਵਾਹੀ ਜੀ। ਸੋ ਬਾਈ ਜੀ, ਤੁਸੀਂ ਅੱਜ ਕੀਮਤੀ ਸਮੇਂ 'ਚੋਂ ਸਮਾਂ ਤਾਂ ਖਾਸ ਕਰ ਆਪਣਾ 10 ਸਾਲਾਂ ਦਾ ਤਜਰਬਾ ਜਿਹੜਾ ਸਾਡੇ ਨਾਲ ਸਾਂਝਾ ਕੀਤਾ, ਕਿਸਾਨ ਭਰਾਵਾਂ ਦੇ ਨਾਲ ਸਾਂਝਾ ਕੀਤਾ, ਅਸੀਂ ਤੁਹਾਡੇ ਬਹੁਤ ਬਹੁਤ ਧੰਨਵਾਦੀ ਹਾਂ। ਮਿਹਰਬਾਨੀ ਤੁਹਾਡੀ ਬਹੁਤ ਬਹੁਤ। ਸੋ ਕਿਸਾਨ ਵੀਰ ਮੇਰੇ ਨਾਲ ਸੀ, ਅਸੀਂ ਅੱਜ ਉਸ ਜੰਗਲ ਦੇ ਵਿੱਚ ਖੜੇ ਹਾਂ, ਕੁਦਰਤੀ ਖੇਤੀ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਆ। ਜਿਹੜੇ ਸ਼ਾਇਦ ਆਖ ਦਿੰਦੇ ਆ ਕਿ ਯਾਰ ਇਹ ਚੀਜ਼ ਨੂੰ ਕਿਵੇਂ ਕਰੀਏ, ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਦਾਂ ਦੇ ਕਿਸਾਨ ਭਰਾਵਾਂ ਦੇ ਨਾਲ, ਕਿਸਾਨ ਵੀਰਾਂ ਦੇ ਨਾਲ ਤੁਹਾਡੀ ਮੁਲਾਕਾਤ ਜ਼ਰੂਰ ਕਰਵਾਈ ਜਾਵੇ, ਜਿਹੜੇ ਕਮ ਸੇ ਕਮ ਤੁਹਾਨੂੰ ਰਾਹ ਦੱਸ ਸਕਣ। ਤੇ ਖਾਸ ਗੱਲ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਮਿਲੂਗਾ ਕੀ ਜੇਕਰ ਅਸੀਂ ਇਹ ਖੇਤੀ ਕਰਦੇ ਹਾਂ, ਕਮਾਵਾਂਗੇ ਕਿੰਨੇ। ਸਭ ਤੋਂ ਵੱਡੀ ਗੱਲ, ਅਸੀਂ ਸਿਹਤ ਕਮਾਵਾਂਗੇ, ਆਪਣੇ ਪਰਿਵਾਰ ਨੂੰ ਸਿਹਤਮੰਦ ਕਰਾਂਗੇ, ਆਪਣੀ ਰਸੋਈ ਨੂੰ ਸਿਹਤਮੰਦ ਕਰਾਂਗੇ, ਇਹਦੇ ਨਾਲ ਨਾਲ ਹੋਰਨਾਂ ਗਲੀ ਮੁਹੱਲਿਆਂ ਨੂੰ ਸਿਹਤਮੰਦ ਕਰਾਂਗੇ, ਜਿਹਦੇ ਕੋਲੇ ਵੀ ਸਾਡੀ ਜਿਹੜੀ ਫਸਲ ਪਹੁੰਚੂਗੀ ਉਹਨਾਂ ਨੂੰ ਸਿਹਤਮੰਦ ਕਰਾਂਗੇ। ਜਿੱਦਾਂ ਮੁਨਾਫੇ ਦੀ ਬਾਈ ਨੇ ਗੱਲ ਕੀਤੀ ਹੈ ਕਿ ਹਾਂ ਮੁਨਾਫਾ ਜ਼ਰੂਰ ਆ, ਕਿਉਂਕਿ ਤੁਹਾਡੀ ਫਸਲ ਦਾ ਮੁੱਲ ਪੈਂਦਾ ਜ਼ਰੂਰ ਆ ਦੂਸਰੀ ਦੇ ਨਾਲੋਂ ਵੱਧ। ਇੱਕ ਪਾਸੇ ਅਸੀਂ ਜੇਕਰ ਇੱਕ ਪਾਸੇ ਜ਼ਹਿਰ ਆ ਤੇ ਦੂਜੇ ਪਾਸੇ ਤੁਹਾਡੀ ਜਿਹੜੀ ਇਹ ਸਿਹਤਮੰਦ ਫਸਲ ਆ, ਤਾਂ ਜ਼ਰੂਰ ਮੁੱਲ ਜਿਹੜਾ ਜ਼ਰੂਰ ਪੈਣਾ। ਬਾਈ ਹੋਰਾਂ ਨੇ ਆਪਣਾ ਸੰਪਰਕ ਨੰਬਰ ਜਿਹੜਾ ਬੋਲਿਆ, ਬਾਈ ਹੋਰਾਂ ਦੇ ਨਾਲ ਰਾਬਤਾ ਤੁਸੀਂ ਜਿਹੜੇ ਕਿਸਾਨ ਭਰਾ ਕਰਨਾ ਚਾਹੁੰਦੇ ਆ, ਤਾਂ ਟੀਵੀ ਸਕਰੀਨ ਦੇ ਉੱਪਰ ਇਸ ਵਕਤ ਜਿਹੜਾ ਤੁਸੀਂ ਨੰਬਰ ਬਾਈ ਹੋਰਾਂ ਦਾ ਉਹ ਦੇਖ ਰਹੇ ਹੋ, ਤੁਸੀਂ ਚੈਨਲ ਦੇ ਨਾਲ ਸੰਪਰਕ ਕਰ ਸਕਦੇ ਹੋ, ਕੰਟੈਕਟ ਕਰ ਸਕਦੇ ਹੋ। ਅਸੀਂ ਬਾਈ ਹੋਰਾਂ ਦੇ ਨਾਲ ਤੁਹਾਡਾ ਰਾਬਤਾ ਜ਼ਰੂਰ ਕਰਵਾਵਾਂਗੇ। ਇਦਾਂ ਦੀਆਂ ਰਿਪੋਰਟਸ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਨੂੰ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।